ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਜਿਸ ਤਰ੍ਹਾਂ ਤੁਹਾਨੂੰ ਪਤਾ ਆ ਅਤੇ ਅੱਜ ਆਪਾਂ ਤੁਹਾਡੇ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਦੇਈ ਰਹੇ ਆ ਅਤੇ ਬਾਕੀ ਹੋਰ ਗੱਲਾਂ ਬਾਰੇ ਵੀ ਗੱਲ ਕਰੀ ਦੀ ਹੈ ਜੋ ਕਿ ਦੁਨੀਆ 'ਚ ਹੋ ਰਹੀ ਆ ਕਰੋਨਾ ਅਤੇ ਬਾਕੀ ਜੋ ਇੱਕ ਕੱਲ੍ਹ ਨੂੰ ਜੋ ਫਿਊਨਰਲ ਵੀ ਹੈਗਾ ਆ ਜੀ ਪ੍ਰਿੰਸ ਫਿਲਿਪ ਦਾ ਅਤੇ ਜਿਹਨੂੰ ਆਪਾਂ ਪੰਜਾਬੀ ਰਾਣੀ ਦਾ ਹਸਬੈਂਡ ਕਹਿ ਦਿੰਦੇ ਹਾਂ ਅਤੇ ਉਹਨਾਂ ਦੇ ਜੋ ਫਿਊਨਰਲ ਹੈਗਾ ਉਹ ਕੱਲ੍ਹ ਨੂੰ ਹੈਗਾ ਸੋ ਉਹਦੇ ਵਿੱਚ ਤੁਸੀਂ ਉਹ ਸਾਰੇ ਸਕਰੀਨਾਂ 'ਤੇ ਪ੍ਰਸਾਰਨ ਹੋਣਾ ਤੁਸੀਂ ਦੇਖ ਸਕਦੇ ਹੋ। ਬਾਕੀ ਅੱਜ ਆਪਾਂ ਇੱਦਾਂ ਕਰਦੇ ਹਾਂ, ਅੱਜ ਆਪਾਂ ਫੋਨ ਲਾਈਨਾਂ ਖੋਲ੍ਹ ਦਿੰਦੇ ਹਾਂ ਕਿਉਂ ਆਪਾਂ ਬਹੁਤ ਚਿਰ ਤੋਂ ਫੋਨ ਲਾਈਨਾਂ ਨਹੀਂ ਖੋਲ੍ਹੀਆਂ, ਪਿਛਲੇ ਹਫ਼ਤੇ ਥੋੜ੍ਹੀਆਂ ਖੋਲ੍ਹੀਆਂ ਸੀ ਅਤੇ ਬਹੁਤ ਲੋਕਾਂ ਦੀਆਂ ਕਾਲਾਂ ਰਹਿ ਗਈਆਂ ਸੀਗੀਆਂ। ਸੋ ਆਪਾਂ ਅੱਜ ਫੋਨ ਲਾਈਨਾਂ ਖੋਲ੍ਹ ਦਿੰਦੇ, ਪਹਿਲਾਂ ਤਾਂ ਹੀ ਖੋਲ੍ਹ ਦਿੰਦੇ ਹਾਂ। ਦੇਖੋ ਨੰਬਰ ਆ ਰਿਹਾ ਅਤੇ ਜਿਨ੍ਹਾਂ ਨੇ ਗੱਲ ਕਰਨੀ ਕਰ ਸਕਦੇ ਆ। ਬਾਕੀ ਯੋਰ ਮੈਸੇਜਿਸ, ਯੋਰ ਸ਼ਾਊਟ ਆਊਟਸ, your birthday messages, you can tweet me or message me or WhatsApp me and I'll try and read them out as much as I can. ਤੁਹਾਡੇ ਸੁਨੇਹੇ ਵੀ ਪੜ੍ਹ ਦਿੰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਹਫ਼ਤੇ 12 ਤਰੀਕ ਨੂੰ ਸ਼ਾਪਾਂ ਖੁੱਲ੍ਹਣੀਆਂ ਸੀ ਦੁਬਾਰਾ, ਸੋ ਕਾਫੀ ਸ਼ਾਪਾਂ ਜੋ ਹੈਗੀਆਂ ਖੁੱਲ੍ਹੀਆਂ ਹੈਗੀਆਂ, ਹਾਈ ਸਟਰੀਟਸ ਹੁਣ ਦੁਬਾਰਾ ਖੁੱਲ੍ਹ ਗਏ ਹੈਗੇ ਆ ਅਤੇ ਅਗਲਾ ਜੋ ਕੀ ਡੇਟ ਹੈਗਾ ਉਹ 17 ਮਈ ਦੀ ਹੈਗੀ ਆ ਜਿੱਥੇ ਕਾਫੀ ਸ਼ੋਪਾਂ ਫਿਰ ਖੁੱਲ੍ਹੂਗੀਆਂ। ਪੱਬਾਂ ਵੀ ਹੁਣ ਇਸ ਵੇਲੇ ਖੁੱਲ੍ਹ ਰਹੀਆਂ ਪਰ ਅੰਦਰ ਨਹੀਂ ਬਹਿ ਸਕਦੇ, ਬਾਹਰ ਗਾਰਡਨਾਂ 'ਚ ਬਹਿ ਸਕਦੇ ਤੁਸੀਂ, ਪਰ ਇਸ ਵੇਲੇ ਠੰਡ ਆ ਉੱਦਾਂ ਹੀ, ਜ਼ਰੂਰ ਉੱਥੇ ਜਾ ਕੇ ਮਰਨਾ ਠੰਡ 'ਚ। ਹਾਂ, ਇੱਕ ਉਹ ਠੰਡ, ਦੂਜੀ ਉੱਤੇ ਗਲਾਸ ਪੀ ਲਿਓ ਠੰਡਾ, ਜ਼ੁਕਾਮ ਹੀ ਹੋਣਾ। ਸੋ ਫਿਰ ਵੀ ਆਪਾਂ ਤੁਸੀਂ ਅਹਿਤਿਆਤ ਨਾਲ ਚੱਲੋ ਐਂਡ ਖ਼ਾਸ ਤੌਰ 'ਤੇ ਜੇ ਤੁਹਾਨੂੰ ਟੀਕਾ ਲਾਉਣ ਦਾ, ਵੈਕਸੀਨੇਸ਼ਨ ਲਾਉਣ ਦਾ ਮੌਕਾ ਮਿਲਦਾ ਉਹ ਜ਼ਰੂਰ ਲਾ ਲਓ। ਸਾਡੇ ਤਾਂ ਹੁਣ ਅਗਲੇ ਮਹੀਨੇ ਦੂਜੇ ਲੱਗਣ ਵਾਲੇ ਆ, ਹੋਪਫੁਲੀ ਹੁਣ ਸਾਰਿਆਂ ਦੇ ਲੱਗ ਹੀ ਗਿਆ ਹੋਊਗਾ। ਜੇ ਨਹੀਂ ਆਪਣੇ ਆਪ ਨੂੰ ਬੁੱਕ ਇਨ ਕਰਾਓ ਅਤੇ ਆਪਣਾ ਜੋ ਹੈਗਾ ਵੈਕਸੀਨੇਸ਼ਨ ਕਰਾਓ ਅਤੇ ਤਾਂ ਹੀ ਇਸ ਚੀਜ਼ ਦਾ ਜੋ ਹੈਗਾ ਆਪਾਂ ਬਚਾਅ ਕਰ ਸਕਦੇ ਹਾਂ। ਇੰਡੀਆ ਵਿੱਚ ਤੁਸੀਂ ਹਾਲ ਦੇਖ ਹੀ ਰਹੇ ਆ ਇਸ ਵੇਲੇ ਕੀ ਹੋ ਰਿਹਾ ਵਿੱਚ ਕਰੋਨਾ। ਇਸ ਵੇਲੇ ਬਹੁਤ ਹਾਈ ਰੇਟ 'ਤੇ ਹੈਗਾ, ਨਾਟ ਓਨਲੀ ਇੰਡੀਆ ਬਟ ਕੈਨੇਡਾ ਐਜ਼ ਵੈਲ। ਕੈਨੇਡਾ ਹੈਜ਼ ਓਵਰਟੇਕਨ ਦੀ US ਇਨ ਇਨਫੈਕਸ਼ਨ ਰੇਟਸ। ਸੋ ਕੈਨੇਡਾ ਦੇ ਵਿੱਚ ਕਾਫੀ ਹੁਣ ਦੁਬਾਰਾ ਗੰਭੀਰਤਾ ਦੇ ਨਾਲ ਕਰੋਨਾ ਆ ਚੁੱਕੀ ਹੈ, ਪਰ ਇੰਡੀਆ ਵਿੱਚ ਇਸ ਵੇਲੇ ਕਾਫੀ ਮੌਤਾਂ ਹੋ ਰਹੀਆਂ ਅਤੇ ਪਲੀਜ਼ ਤੁਸੀਂ ਬਚੋ ਅਤੇ ਜੇ ਤੁਹਾਨੂੰ ਲੋੜ ਨਹੀਂ ਜਾਣ ਦੀ ਤਾਂ ਪਲੀਜ਼ ਨਾ ਜਾਓ। ਆ ਤੁਹਾਡੀ ਮਾੜੀ ਜਿਹੇ ਕੰਮਾਂ ਕਰਕੇ ਨਹੀਂ, ਸਾਡੀ ਜ਼ਮੀਨ ਦਾ ਕੰਮ ਆ, ਉਹ ਜ਼ਮੀਨ ਤਾਂ ਮੰਜੇ ਡਾਉਣ ਜੋਗੀ ਨਹੀਂ ਨਿਕਲਦੀ ਤੁਹਾਡੀ, ਤਾਂ ਉਹਦੇ ਵਿੱਚ ਤੁਸੀਂ ਕਹਿੰਦੇ ਨਹੀਂ ਆਹ ਮੈਂ ਕਰਨਾ, ਆਹ ਨਹੀਂ। ਜ਼ਮੀਨਾਂ ਉੱਥੇ ਹੀ ਰਹਿਣੀਆਂ ਜੀ, ਇਹ ਹਿੱਲਣੀਆਂ ਹੈ ਨਹੀਂ, ਇਹ ਉੱਥੇ ਹੀ ਰਹਿਣੀਆਂ। ਅਤੇ ਸਾਡੇ ਵੀ ਕਈ ਜਾਣਨ ਵਾਲੇ ਅਨਫੋਰਚੂਨੇਟਲੀ ਉੱਥੇ ਜ਼ਮੀਨਾਂ ਦਾ ਕੰਮ ਸੌਰਟ ਆਊਟ ਕਰਨ ਗਏ ਸੀ, ਉਹ ਮੁੜ ਕੇ ਨਹੀਂ ਆਏ ਜੀ, ਅਤੇ ਉਹਦੇ ਵਿੱਚ ਉਹਨਾਂ ਦੇ ਅਸਤ ਉਸਤ ਉੱਥੇ ਹੀ ਬਹਾ ਗਏ। ਅਤੇ ਜਦੋਂ ਉਹ ਕਰਦੇ ਹੁੰਦੇ ਨਾ ਇੱਥੇ ਕਈ ਸਿਆਣੇ ਕਿ ਜੀ ਮੈਂ ਤਾਂ ਆਪਣੀਆਂ ਅਸਥੀਆਂ ਉੱਥੇ ਇੰਡੀਆ ਹੀ ਬਹਾਉਣੀਆਂ, ਉਹ ਇੰਡੀਆ ਗਏ ਅਤੇ ਫਿਰ ਉਹਨਾਂ ਦੀ ਖੁਆਇਸ਼ ਪੂਰੀ ਹੋ ਗਈ। ਆਪਾਂ ਹਾਲੇ ਨਾ ਜਾਈਏ ਤਾਂ ਬੈਟਰ ਰਹੋਗੇ। ਅਤੇ ਕਈ ਤਾਂ ਟੱਬਰ ਦੇ ਟੱਬਰ ਹੀ ਨਾ ਹਸਪਤਾਲ 'ਚ ਪਿਆ ਇਸ ਵੇਲੇ, ਅਤੇ ਆਪਾਂ ਥੋੜ੍ਹਾ ਹਾਲੇ ਵੀ ਅਹਿਤਿਆਤ ਨਾਲ ਚੱਲੀਏ ਕਿਉਂਕਿ ਇੰਡੀਆ ਵਿੱਚ ਰੇਟ ਬਹੁਤ ਹਾਈ ਆ। ਜਿੰਨਾ ਡਿਨਾਈਲ ਵਿੱਚ ਸੀ ਕਿ ਸਾਨੂੰ ਤਾਂ ਕਰੋਨਾ ਨਹੀਂ ਹੋ ਰਿਹਾ, ਆਪਾਂ ਠੀਕ ਆ, ਉਨਾ ਹੀ ਜ਼ਿਆਦਾ ਹੁਣ ਗੰਭੀਰਤਾ ਨਾਲ ਕਾਫੀ ਹੋਇਆ ਕੰਮ। ਤਾਂ ਪ੍ਰੈਪਰੇਸ਼ਨ ਇੱਦਾਂ ਲੱਗਦੀ ਕਿ ਬਹੁਤ ਘੱਟ ਸੀ ਉਹਨਾਂ ਦੀ ਕਰੋਨਾ ਲਈ। ਚਲੋ ਆਪਾਂ ਜਾਂਦੇ ਹੁਣ ਕਾਲਰ ਵੱਲ ਤਾਂ ਦੇਖ ਰਹੇ ਕੌਣ ਹੈ ਲਾਈਨ 'ਤੇ। ਹੈਲੋ 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 ਹੈਲੋ, ਤੁਹਾਨੂੰ ਆਵਾਜ਼ ਆਉਂਦੀ? ਹਾਂਜੀ ਹਾਂਜੀ ਆਵਾਜ਼ ਆਉਂਦੀ। ਹਾਂਜੀ ਮੇਰੇ ਨਾਲ 2018 ਕਾਰ ਐਕਸੀਡੈਂਟ ਹੋਇਆ ਸੀ। ਕੀ ਹੋਇਆ ਸੀ ਜੀ? ਕਾਰ ਐਕਸੀਡੈਂਟ। ਅੱਛਾ। ਤੇ ਡਰਾਈਵਿੰਗ ਮੈਂ ਕਰਦਾ ਸੀ ਪਰ ਮੇਨ ਪੋਲਿਸੀ ਹੋਲਡਰ ਮੇਰਾ ਡੈਡ ਹੈਗਾ ਸੀ। ਓਕੇ। ਐਕਸੀਡੈਂਟ ਹੋਇਆ 6 ਮਹੀਨਿਆਂ ਬਾਅਦ ਤੇ ਅਨਫੋਰਚੂਨੇਟਲੀ ਮੈਂ ਉਦੋਂ ਨਵਾਂ ਇੰਗਲੈਂਡ 'ਚ ਆਇਆ ਹੈਗਾ ਸੀ। ਹਾਂ। ਤੇ ਜਿਸ ਬੰਦੇ ਕੋਲ ਮੈਂ ਆਪਣੀ ਇੰਸ਼ੋਰੈਂਸ ਪੋਲਿਸੀ ਕਰਾਈ ਹੈਗੀ ਸੀ ਉਹਨੇ ਮੇਰੇ ਪੁਆਇੰਟਸ ਨਹੀਂ ਡਿਕਲੇਅਰ ਕਰਾਏ ਤੇ ਐਕਸੀਡੈਂਟ ਤੋਂ ਬਾਅਦ ਮੇਰੀ ਉਹਨਾਂ ਨੇ ਪੋਲਿਸੀ ਜਿਹੜੀ ਹੈਗੀ ਹੈ ਕੈਂਸਲ ਕਰ ਦਿੱਤੀ। ਓਕੇ। ਤੇ 6 ਮਹੀਨਿਆਂ ਬਾਅਦ ਜਿਹੜੀ ਪੁਲਿਸ ਹੈਗੀ ਸੀ ਜਿਹੜੇ ਸ਼ਹਿਰ ਵਿੱਚ ਮੈਂ ਰਹਿਣਾ ਪਿਆ ਹੈਗਾ ਉਹਨਾਂ ਨੇ ਕਿਹਾ ਸੀ ਕਿਸੇ ਨੂੰ ਗਿਲਟੀ ਨਹੀਂ ਪਾ ਸਕਦੇ ਕਿਉਂਕਿ ਸਾਡੇ ਕੋਲ ਇਨਫ ਐਵੀਡੈਂਸ ਨਹੀਂ ਹੈਗੇ। ਓਕੇ। ਤੇ ਨਾ ਉਹਨਾਂ ਨੇ ਕੋਈ ਮੇਰੇ ਲਾਇਸੈਂਸ ਵਿੱਚ ਪੁਆਇੰਟਸ ਪਾਇਆ ਹੋਇਆ, ਕੁਛ ਨਹੀਂ ਹੋਇਆ। 3 ਸਾਲਾਂ ਬਾਅਦ ਇੱਕ ਲੈਟਰ ਆ ਗਈ ਹੈਗੀ ਮੇਰੇ ਡੈਡ ਦੇ ਨਾਮ ਵਿੱਚ ਕਿਉਂਕਿ ਉਹ ਪੋਲਿਸੀ ਹੋਲਡਰ ਹੈਗੇ ਸੀ ਤੇ ਕਾਰ ਵੀ ਉਹਨਾਂ ਦੇ ਨਾਂ ਤੇ ਹੈਗੀ ਸੀ। ਤੇ ਉਹ ਕਹਿੰਦੀ ਹੈਗੀ ਹੈ ਹੁਣ ਤੁਹਾਨੂੰ 11,000 ਪਾਉਂਡ ਦਾ ਫਾਈਨ ਹੈਗਾ ਉਹ ਉਤਾਰਨਾ ਪੈਣਾ ਹੈਗਾ। ਰੀਜ਼ਨ ਕਿਉਂਕਿ ਪੋਲਿਸੀ ਵੋਇਡਡ ਹੋ ਗਈ ਸੀ ਤੇ ਅੰਡਰ ਆਫ ਰੂਲ ਆਫ ਰੋਡ ਟ੍ਰੈਫਿਕ ਐਕਟ
we obligate to settle claim for innocent third parties. ਓਕੇ, ਇਹ ਕਿਹਨਾਂ ਦੀ ਚਿੱਠੀ ਆਈ ਤੁਹਾਨੂੰ? ਇਹ ਇੰਸ਼ੋਰੈਂਸ ਕੰਪਨੀ ਹੈਗੀ ਕੋਪ। ਓਕੇ ਓਕੇ, ਸਰ ਤੁਹਾਡੇ ਤੇ ਫਿਰ ਕਲੇਮ ਪਾਇਆ ਉਹਨਾਂ ਨੇ? ਹਾਂਜੀ ਕਿਉਂ ਇੰਸ਼ੋਰੈਂਸ ਤੋਂ ਨਹੀਂ ਉਹ ਕਲੇਮ ਕਰ ਸਕਦੇ ਸੀ, ਤਾਂ ਹੀ ਤੇ ਤੁਹਾਡਾ ਪਰਸਨਲੀ ਪਾਇਆ ਇਹਨਾਂ ਨੇ। ਹਾਂਜੀ ਹਾਂ, ਫਿਰ ਹੁਣ ਉਹ ਤਾਂ ਮੇਰਾ ਵੀ ਜਾਂ ਤਾਂ ਲੜਨਾ ਪਊ ਜਾਂ ਤਾਂ ਫਿਰ ਦੇਣਾ ਪਊ। ਤੇ ਲੜਨਾ ਵਕੀਲ ਮੈਨੂੰ ਕਰਨਾ ਪੈਣਾ ਹੈਗਾ ਜਾਂ ਵਕੀਲ ਕਰਨਾ ਪਊ ਜੀ। ਹਾਂਜੀ, ਵਕੀਲ ਅਗਲੇ ਨੂੰ ਸਾਬਤ ਕਿੱਦਾਂ ਕਰੇਗਾ? ਆਪਣੀ ਗਲਤੀ ਤਾਂ ਮੇਰੀ ਤਾਂ ਹੈਗੀ ਨਹੀਂ ਸੀ। ਇਹ ਤਾਂ ਹੁਣ ਤੁਸੀਂ ਵਕੀਲ ਨਾਲ ਗੱਲ ਕਰੋਗੇ, ਸਾਰੀ ਐਵੀਡੈਂਸ ਦੱਸੋਗੇ ਉਹਨੂੰ ਤੇ ਉਹ ਦੇਖੋਗੇ। ਕਲੇਮ ਜੇ ਪਈ ਆ ਤੁਹਾਡੇ ਤੇ, ਜੇ ਤੁਸੀਂ ਨਹੀਂ ਇਹਦੇ ਬਾਰੇ ਕੁਝ ਕੀਤਾ ਤਾਂ ਜੱਜਮੈਂਟ ਮਿਲ ਜਾਣੀ ਇਹਨਾਂ ਨੂੰ। ਓਕੇ, ਪਰ ਲਾ ਲਓ ਜਿੱਦਾਂ ਹੁਣ ਮੇਰੇ ਜਿਹੜੇ ਫਾਦਰ ਹੈਗੇ ਉੱਥੇ ਇੰਗਲੈਂਡ ਤਾਂ ਰਹਿੰਦੇ ਨਹੀਂ ਹੈਗੇ, ਉਹ 60 ਇਅਰਸ 올ਡ ਹੈਗੇ ਆ, ਉਹ ਰਿਟਰਨ ਟੂ ਸਟੇਟ ਹੋ ਗਏ ਆ, ਤੇ ਉਹਨਾਂ ਦੀ ਕੋਈ ਇੰਗਲੈਂਡ 'ਚ ਨਾ ਕੋਈ ਪ੍ਰੋਪਰਟੀ ਹੈਗੀ ਨਾ ਕੋਈ ਅਬਰੋਡ ਪ੍ਰੋਪਰਟੀ ਹੈਗੀ ਹੈ, ਤੇ ਫਿਰ ਇਹ ਫਾਈਨ ਕਿੱਦਾਂ? ਇਹ ਤਾਂ ਹੁਣ ਮੇਰਾ ਵੀ ਤੁਹਾਨੂੰ ਵਕੀਲ ਨਾਲ ਹੀ ਡਿਸਕਸ ਕਰਨਾ ਪੈਣਾ ਕਿ ਕਿੱਦਾਂ ਭਰਨਾ ਕਿੱਦਾਂ ਨਹੀਂ। ਹਾਂ, ਇਹ ਤਾਂ ਉਹੀ ਆਪਸ਼ਨਸ ਤੁਹਾਨੂੰ ਦੱਸੂਗਾ, ਤੁਹਾਡੇ ਪੇਪਰ ਵਰਕ ਦੇਖ ਕੇ, ਸਾਰਾ ਕੁਝ ਪੁਲਿਸ ਵਾਲਾ ਪੇਪਰ ਵਰਕ ਦੇਖ ਕੇ, ਜੋ ਵੀ ਉਸ ਵੇਲੇ ਹੋਇਆ ਸੀ ਉਸ ਹਿਸਾਬ ਨਾਲ। ਠੀਕ ਹੈ, ਹਾਂ ਚਲੋ ਠੀਕ ਹੈ, ਓਕੇ, ਥੈਂਕ ਯੂ ਵੈਰੀ ਮਚ। ਓਕੇ ਵੀਰੇ, ਓਕੇ ਜੀ, ਥੈਂਕ ਯੂ ਜੀ। ਸਰ ਹਾਂਜੀ ਸਰ, ਪਹਿਲੀ ਤਾਂ ਗੱਲ ਆ ਖਾਸ ਤੌਰ 'ਤੇ ਇਹ ਇੱਕ ਨਸੀਹਤ ਆ, ਗੱਲ 'ਚੋਂ ਗੱਲ ਨਿਕਲਦੀ ਆ, ਗੱਲ ਇਹ ਨਿਕਲਦੀ ਆ ਜਿੰਨੇ ਮੇਰੇ ਵੀਰ ਗੱਡੀਆਂ ਢੂ ਕੇ ਖਿੱਚ ਲੈ ਰਹੇ ਆ ਨਾ, ਲਾਇਸੈਂਸਾਂ ਬਿਨਾਂ, ਇੰਸ਼ੋਰੈਂਸਾਂ ਬਿਨਾਂ, ਉਹ ਖਤਰੇ ਵਾਲੀ ਗੱਲ ਹੀ ਹੁੰਦੀ ਆ। ਸੋ ਖਾਸ ਤੌਰ 'ਤੇ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਔਨ ਟੌਪ ਆਫ ਦੈਟ, ਸੋ ਉਹ ਹਮੇਸ਼ਾ ਪੋਟੈਂਸ਼ੀਅਲ ਕਲੇਮ ਵਾਲੀ ਗੱਲ ਹੁੰਦੀ, ਪੁਆਇੰਟ ਵਾਲੀ ਹੁੰਦੀ ਹੈ, ਜੇਲ੍ਹ ਵਾਲੀ ਵੀ ਉਹ ਹਾਂ ਹੁੰਦੀ ਆ। ਇੱਕ ਮੁੰਡੇ ਨੂੰ ਮੈਂ ਜਾਣਦਾ, ਹੁਣੀ 8 ਹਫ਼ਤਿਆਂ ਦੀ ਜੇਲ੍ਹ ਹੋਈ। ਸੋ ਉਹਦੇ ਵਿੱਚ ਆਹ ਚੀਜ਼ ਜਿਹੜੀ ਨਹੀਂ ਆਪਾਂ ਸੋਚਦੇ ਉਹ ਵੀ ਹੋ ਜਾਂਦੀ ਆ, ਖਾਸ ਤੌਰ 'ਤੇ ਅੱਜ ਕੱਲ੍ਹ ਦੇ ਟਾਈਮਾਂ ਦੇ ਵਿੱਚ ਜੋ ਕਰੋਨਾ ਦੇ ਵਿੱਚ ਆ। ਜੱਜ ਜਿਹੜੀ ਆ ਤੁਹਾਡੇ ਐਕਸ਼ਨਸ ਈਵਨ ਹਾਰਸ਼ਲੀ ਦੇਖਦਾ ਕਿ ਤੁਸੀਂ ਇੱਦਾਂ ਦੇ ਟਾਈਮ ਵਿੱਚ ਤੁਸੀਂ ਕੀ ਕਰ ਰਹੇ ਸੀਗੇ। ਤੁਸੀਂ ਐਕਸੀਡੈਂਟ ਕਰਕੇ ਕਿਸੇ ਨੂੰ ਹਸਪਤਾਲ ਬਾੜ ਸਕਦੇ ਸੀ, ਤੁਹਾਡੀ ਤਾਂ ਇੰਸ਼ੋਰੈਂਸ ਬਣੀ ਹੋਈ ਹੋ। ਸੋ ਪਲੀਜ਼ ਚੈੱਕ ਕਰ ਲਓ। ਦੂਜੀ ਚੀਜ਼ ਜੀ, ਤੁਸੀਂ ਚੈੱਕ ਕਰੋ ਕਿ ਜੀ ਆਪਣੀ ਤੁਹਾਡੀ ਗੱਡੀ ਦੇ ਜਿਹੜੇ ਟਾਇਰ ਆ, ਤੁਹਾਡੇ ਗੱਡੀ ਦੇ ਇੰਡੀਕੇਟਰ ਆ, ਲਾਈਟਾਂ ਆ, ਕਿ ਜਦੋਂ ਪੁਲਿਸ ਤੁਹਾਨੂੰ ਰੋਕਦੀ, ਇਹੀ ਚੀਜ਼ਾਂ ਦੇਖ ਕੇ ਇਹ ਤੁਹਾਨੂੰ ਰੋਕਦੀ ਆ। ਨਹੀਂ ਤਾਂ ਉਹਨਾਂ ਕੋਲ ਇਹ ਟਾਈਮ ਤਾਂ ਹੈ ਨਹੀਂ ਕਿ ਹਰ ਵੈਨ ਨੂੰ ਰੋਕਣ ਜਾਂ ਹਰ ਗੱਡੀ ਨੂੰ ਰੋਕਣ। ਉਹ ਕੋਈ ਨਾ ਕੋਈ ਜਦੋਂ ਉਹਨਾਂ ਨੂੰ ਰੋਂਗ ਲੱਗਦੀ ਚੀਜ਼ ਤਾਂ ਰੋਕਦੀ ਆ। ਸੋ ਪਲੀਜ਼ ਤੁਸੀਂ ਆਪਣੀ ਗੱਡੀ ਰੋਡ ਵਰਦੀ ਹੋਣੀ ਚਾਹੀਦੀ ਹੈ, ਅਤੇ ਤੁਹਾਨੂੰ ਗੱਲ 'ਚੋਂ ਗੱਲ ਜੋ ਨਿਕਲਦੀ ਹੈ ਉਹ ਤੁਸੀਂ ਜ਼ਰੂਰ ਦੇਖ ਲਓ। ਅਤੇ ਇੰਸ਼ੋਰੈਂਸਾਂ ਕਰਾ ਲਓ ਆਪਣੀਆਂ, ਅਤੇ ਆਪਣੇ ਜੋ MOT ਆ, ਟੈਕਸ ਆ, ਗੱਡੀ ਉਹ ਵੀ ਹੋਵੇ। ਸੋ ਮੇਕ ਸ਼ੋਰ ਐਵੇਂ ਪੈਸੇ ਬਚਾਉਂਦੇ ਨਾ ਅਤੇ ਹੋਰ ਨਾ ਆਜ਼ਾਦੀ ਗਵਾ ਲਿਓ, ਅਤੇ ਐਵੇਂ ਜੇਲ੍ਹ ਜਾਣਾ ਪਿਆ, ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਡਿਪੋਰਟ ਕਿੱਦਾਂ ਕਰਦੇ ਆ। ਚਲੋ ਹੁਣ ਆਪਾਂ ਕਾਲ ਵੱਲ ਜਾਂਦੇ ਹਾਂ, ਦੇਖਦੇ ਕੌਣ ਹੈ ਲਾਈਨ 'ਤੇ। ਹੈਲੋ ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਤੁਹਾਡਾ ਸ਼ੋਅ ਬਹੁਤ ਸੋਹਣਾ, ਥੈਂਕ ਯੂ ਤੁਹਾਡੇ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਹਾਂ ਭਾਜੀ, ਮੈਂ ਇੱਕ ਐਡਵਾਈਸ ਲੈਣੀ ਸੀਗੀ। ਇਹ ਪੁੱਛੋ ਜੀ। ਮੇਰੀ ਭੈਣ ਆ ਇੰਡੀਆ 'ਚ, ਉਹਨੂੰ ਮੈਂ ਵਿਜ਼ਟਰ ਵੀਜ਼ੇ ਤੇ ਬੁਲਾਉਣਾ ਚਾਹੁੰਦੀ ਹਾਂ, ਤੇ ਫਿਰ ਉਹਨਾਂ ਨੂੰ ਜਿੱਦਾਂ ਜਿਹੜੀ ਪੇ ਸਲਿੱਪ ਆ ਜਾਂ ਕਿੰਨੇ ਮੰਥ ਦੀਆਂ ਚਾਹੀਦੀਆਂ? 3-6 ਮੰਥ ਤੁਹਾਡੀਆਂ 3 ਦੀਆਂ ਚਾਹੀਦੀਆਂ ਜੀ। 3 ਮੰਥ ਦੀਆਂ। ਜਿੱਦਾਂ P60 ਹੈਗਾ ਪੇ ਸਲਿੱਪ ਆ। ਮੈਂ ਤੇ ਮੇਰਾ ਹਸਬੈਂਡ ਹੀ ਆ, ਜਿੱਦਾਂ ਮੇਰਾ ਹਸਬੈਂਡ ਫੁੱਲ ਟਾਈਮ ਕੰਮ ਕਰਦਾ, ਮੈਂ ਪਾਰਟ ਟਾਈਮ ਕਰਦੀ ਹਾਂ। ਜਿੱਦਾਂ ਅਸੀਂ ਦੋਨਾਂ ਵੱਲੋਂ ਪਾਉਣੀ ਸੀਗੀ, ਜਿੱਦਾਂ ਪਾ ਸਕਦੇ ਆ? ਹਾਂਜੀ, ਪਾ ਦਿਓ ਜੀ। 3 ਮਹੀਨੇ ਦੀ ਪੇ ਸਲਿੱਪ ਆ, 3 ਮਹੀਨੇ ਦੀ ਬੈਂਕ ਸਟੇਟਮੈਂਟ ਆ, ਪਾਸਪੋਰਟ ਦੀ ਕਾਪੀ, ਘਰ ਦੇ ਕਾਗਜ਼। ਜੇ P60 ਭੇਜਣਾ ਭੇਜ ਦਿਓ, ਨਹੀਂ ਤਾਂ ਉਹਦੀ ਵੀ ਲੋੜ ਹੈ ਨਹੀਂ। ਅੱਛਾ ਜੀ। ਤੇ ਜੇ ਸਟਰੋਂਗ ਬਣਾਉਣਾ ਹੋਵੇ, ਇੱਦਾਂ ਹੋ ਸਕਦਾ? ਮੇਰੇ ਭੂਆ ਦੇ ਮੁੰਡੇ ਦਾ ਬਰਥਡੇ ਆਉਣਾ ਆ, ਤੇ ਉਹਨਾਂ ਦੇ ਜਿੱਦਾਂ ਕਾਰਡ ਲਾ ਸਕਦੇ ਨਾਲ, ਜਾਂ ਜਿੱਦਾਂ ਨਾ ਲਈਏ ਤਾਂ ਠੀਕ ਰਹਿਣਾ ਆ? ਭੈਣ ਜੀ, ਉਹਦੇ 'ਚ ਉਹਨਾਂ ਨੇ ਪੁੱਛਣਾ ਕਿ ਤੁਸੀਂ ਬਰਥਡੇ ਮਨਾਉਣਾ ਕਿੱਥੇ ਆ ਪਹਿਲਾਂ ਤਾਂ। ਹੁਣ ਜੇ ਕੋਈ ਘਰ 'ਚ ਹੀ ਮਨਾਉਣਾ, ਹੁਣ ਘਰ 'ਚ ਜਦੋਂ ਬਰਥਡੇ ਮਨਾਈਦਾ ਤਾਂ ਆਪਾਂ ਇੰਡੀਆ ਤੋਂ ਥੋੜ੍ਹੀ ਕਿਸੇ ਨੂੰ ਸੱਦੀਦਾ ਉਹਦੇ ਲਈ। ਹਾਂ, ਫਿਰ ਉਹ ਹਾਲ 'ਚ ਤਾਂ ਇਸ ਵੇਲੇ ਤੱਕ ਕਰੋਨਾ ਦਾ ਕਰਕੇ ਅਲਾਊਡ ਨਹੀਂ ਨਾ। ਹਾਂ, ਸੋ ਜਿਹੜੇ ਲੋਕ ਆ ਵਿਜ਼ਟਰ ਹੁਣ ਅਪਲਾਈ ਕਰ ਰਹੇ ਕਰੋਨਾ 'ਚ, ਉਹਨਾਂ ਨੂੰ ਥੋੜ੍ਹੇ ਇਹ ਹੋਣਾ ਚਾਹੀਦਾ ਕਿ ਪਹਿਲਾਂ ਖੁੱਲ੍ਹ ਤਾਂ ਲੈਣ ਦਿਓ। ਨਾਲੇ ਖਾਸ ਤੌਰ 'ਤੇ ਜੇ ਕਿਸੇ ਨੇ ਇੰਡੀਆ 'ਤੇ ਆਉਣਾ, ਇੰਡੀਆ ਤਾਂ ਲਿਸਟ 'ਤੇ ਚੜ੍ਹਨ ਲੱਗੀ ਆ ਰੈੱਡ 'ਤੇ, ਜੇ ਉਹ ਚੜ੍ਹ ਜੇ ਉਹਦਾ ਮਤਲਬ ਕਿ ਕੁਆਰੰਟੀਨ ਕਰਨਾ ਪੈਣਾ। 1700 ਪਾਉਂਡ ਹੋਟਲ ਦਾ ਲੱਗਣਾ ਇੱਥੇ ਕੁਆਰੰਟੀਨ। ਫਿਰ ਤੁਸੀਂ ਥੋੜ੍ਹਾ ਜਿਹਾ ਸਮਾਂ ਜੂਨ ਤੱਕ ਰਹਿਣ ਦਿਓ, ਜਦ ਤੱਕ ਕਾਬੂ ਨਹੀਂ। ਉਹ ਵਧੀਆ ਰਹੂਗਾ।
ਹਾਂਜੀ ਅਸੀਂ ਕਿਹਾ ਭਾਜੀ ਤੋਂ ਪਹਿਲਾਂ ਐਡਵਾਈਸ ਲੈ ਨਹੀਂ ਵਧੀਆ ਹਾਂ ਪਹਿਲਾਂ ਹਨਾ ਹਾਂਜੀ ਤੇ ਤਾਂ ਹੀ ਪੁੱਛਣਾ ਸੀ, ਹਲੇ ਅਸੀਂ ਸ਼ੁਰੂ ਨਹੀਂ ਕੀਤਾ ਕੁਝ ਵੀ। ਨਹੀਂ ਤਾਂ ਉਹਨਾਂ ਨੇ ਹਾਂ ਬਹਾਨਾ ਜਾਂ ਮਾਰ ਕੇ ਰਿਫਿਊਜ਼ ਕਰ ਦੇਣਾ, ਪਰ ਅੰਦਰੋਂ ਗਤੀ ਤੋਂ ਇਹੀ ਸੋਚੂਗੇ ਹੁਣ ਤੁਸੀਂ ਜਾਣਾ ਕੀ ਆ ਕਰੋਨਾ ਚ ਕਰਕੇ, ਸਾਰਾ ਤਾਂ ਲੋਕਡਾਊਨ ਹੀ ਆ। ਅੱਛਾ ਜੀ, ਇੰਡੀਆ ਵੱਲੋਂ ਵੀ ਕੁਛ ਉਧਰੋਂ ਪੇ ਸਲਿੱਪ ਜਿੱਦਾਂ ਮੰਨ ਲਓ ਪੇ ਬੈਂਕ ਅਕਾਊਂਟ ਚ ਚਾਹੀਦੇ ਆ? ਉਧਰੋਂ ਸਾਰਾ ਕੁਝ ਚਾਹੀਦਾ ਜੀ, ਉਧਰੋਂ ਦੇਖਦੇ ਆ ਆਮਦਨੀ ਕਿੱਥੋਂ ਆਉਂਦੀ ਆ, ਸੇਵਿੰਗਸ ਕਿੱਥੇ ਆ ਉਹਨਾਂ ਕੋਲ, ਕੀ ਹੈਗਾ ਕੀ ਨਹੀਂ, ਸਾਰਾ ਕੁਝ ਦੇਖਣਾ ਜੀ ਉਹਨਾਂ ਨੇ। ਅੱਛਾ ਜੀ ਹਾਂ ਉਧਰੋਂ ਵੀ ਸਾਰਾ ਸਹੀ ਹੋਣਾ ਚਾਹੀਦਾ, ਸਾਰੀ ਤਾਂ ਗੱਲ ਉਧਰੋਂ ਦੀ ਹੁੰਦੀ ਆ। ਅੱਛਾ ਜੀ, ਥੈਂਕ ਯੂ ਭਾਜੀ। ਓਕੇ ਜੀ, ਤੁਹਾਡਾ ਸ਼ੋਅ ਬਹੁਤ ਸੋਹਣਾ ਹੁੰਦਾ, ਥੈਂਕ ਯੂ ਭਾਜੀ, ਥੈਂਕ ਯੂ, ਮਿਸ ਨਹੀਂ ਕਰੀਦਾ। ਗੋਡ ਬਲੈਸ ਯੂ। ਚਲੋ ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਥੈਂਕ ਯੂ ਜੀ। ਸੋ ਹਾਂਜੀ, ਜਿਹੜੇ ਹੁਣ ਤੁਸੀਂ ਵਿਜ਼ਟਰ ਅਪਲਾਈ ਕਰ ਰਹੇ ਆ ਨਾ, ਥੋੜ੍ਹਾ ਇਸ ਚੀਜ਼ ਨੂੰ ਕਾਮਨ ਸੈਂਸ ਕੀਪ ਇਨ ਮਾਈਂਡ ਕਰੋ ਕਿ ਕਰੋਨਾ ਦਾ ਟਾਈਮ ਆ, ਹੈ ਨਾ, ਤਾਂ ਕੰਟਰੀ ਦਾ ਸਟੇਟ ਕੀ ਆ ਇਸ ਵੇਲੇ। ਬਹੁਤ ਲੋਕਾਂ ਨੇ ਲੋਕਡਾਊਨ 'ਚ ਵਿਜ਼ਟਰ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਨਾ ਹੋ ਗਈ ਕਿ ਉਹ ਕਹਿੰਦੇ ਯੂ ਕੈਨ ਗੋ ਸਿਟ ਇਨ ਸਮਵਨਸ ਹਾਊਸ ਫॉर 6 months। ਇਟਸ ਬਿਟ ਵੀਅਰਡ। ਸੋ ਆਹ ਚੀਜ਼ਾਂ ਉਹ ਦੇਖਦੇ ਆ। ਐਂਡ ਵੇਅਰ ਯੂ ਗੋਇੰ ਟੂ ਸੈਲੀਬ੍ਰੇਟ ਯੂਰ ਬਰਥਡੇ? ਜਸਟ ਅਬਾਊਟ ਅਲਾਉਡ ਇਨ ਅ ਬੈਕ ਗਾਰਡਨ। ਸੋ ਆਹ ਚੀਜ਼ਾਂ ਉਹ ਦੇਖਦੇ ਆ। ਆਪਾਂ ਹੋਲਡ ਆਫ ਕਰ ਲਈਏ ਟਿਲ ਅਬਾਊਟ ਜੂਨ ਨੂੰ, ਜਦ ਤੱਕ ਪ੍ਰੋਪਰ ਖੁੱਲ੍ਹਦਾ ਨਹੀਂ। ਜੂਨ 21 ਦੀ ਡੇਟ ਹੈ ਜੀ ਪ੍ਰੋਪਰ ਖੁੱਲ੍ਹਣੇ ਦਾ, ਤਾਂ ਫਲਾਈਟਾਂ ਰਿਜ਼ਿਊਮ ਕਰੀਏ। ਇੰਡੀਆ ਨੇ ਆਲਰੇਡੀ ਫਲਾਈਟਾਂ 'ਤੇ ਕਾਬੂ ਪਾ ਲਿਆ, ਬਿਕੋਜ਼ ਦੇ ਲੁਕਿੰਗ ਐਟ ਦ ਪੀਪਲ ਹੂ ਆਰ ਕਮਿੰਗ ਆਊਟ ਐਂਡ ਇਨ। ਅਤੇ ਉਹ ਜਿਹੜੇ ਇੰਡੀਆ ਜਾ ਰਹੇ ਆ ਇਸ ਵੇਲੇ, ਉਹਨਾਂ ਨੂੰ ਵੀ ਤੰਗ ਕਰ ਰਿਹਾ, ਔਰ ਬਾਹਰ ਵੀ ਨਹੀਂ ਜ਼ਿਆਦਾ ਆਉਣ ਰਿਹਾ, ਖਾਸ ਤੌਰ 'ਤੇ 1-2 ਦਿਨਾਂ ਤੋਂ, ਬਿਕੋਜ਼ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੀ ਜੋ ਵੇਰੀਐਂਟ ਬਣੀ ਆ ਉਹ ਫੈਲੇ। ਇਸ ਵੇਲੇ UK ਦੇ ਵਿੱਚ 77 ਕੇਸ ਇਹਨਾਂ ਨੂੰ ਮਿਲੇ ਆ ਕਿ ਜਿਹੜੀ ਇੰਡੀਆ ਦੀ ਵਾਇਰਸ ਆਈ ਆ, ਇੰਡੀਆ ਤੋਂ ਆਈ ਆ। ਸੋ ਆਪਾਂ ਉੱਧਰ ਪੰਜਾਬ ਵਾਲੇ ਰੋਂਦੇ ਆ, ਕਹਿੰਦੇ 80% ਸਾਡੇ ਕੇਸ UK ਤੋਂ ਆਏ ਆ। ਸੋ ਇਹ ਲੈ ਕੇ ਕੌਣ ਆ ਰਿਹਾ ਔਰ ਛੱਡ ਕੇ ਕੌਣ ਜਾ ਰਿਹਾ? ਜਿਹੜੇ ਲੋਕ ਜਾ ਰਹੇ ਉਹੀ ਆ ਜਾ ਰਹੇ, ਉਹੀ ਹੈ ਨਾ। ਮੈਂ ਤਾਂ ਹੁਣ ਇੰਡੀਆ ਦਿੱਤਾ ਨਹੀਂ UK ਦਾ ਕੇਸ, ਮੈਂ ਤਾਂ ਗਿਆ ਹੀ ਨਹੀਂ ਪਿਛਲੇ ਸਾਲ ਮਾਰਚ ਦਾ, ਹੈ ਨਾ। ਨਾ ਜਿਹੜੇ ਤੁਸੀਂ ਘਰ ਬੈਠੇ ਤੁਸੀਂ ਵੀ ਨਹੀਂ ਗਏ, ਜਿਹੜੇ ਲੋਕ ਆਉਂਦੇ ਜਾਂਦੇ ਆ ਇਹੀ ਵਾਇਰਸ ਲੈ ਕੇ ਜਾਂਦੇ, ਇਹੀ ਆਉਂਦੇ ਆ। ਸੋ ਇਹਨਾਂ ਨੂੰ ਫਿਰ ਤੁਸੀਂ ਹਾਲੇ ਥੋੜ੍ਹੀ ਜਿਹਾ ਠੱਲ ਪਾ ਲਓ। ਇੱਥੇ ਕੋਈ ਨਹੀਂ ਵੈਸੇ ਰੌਣਕ ਹੋ ਰਿਹਾ, ਇੱਥੇ ਨਗਰ ਕੀਰਤਨ ਮੇਲੇ ਸਾਰਾ ਕੁਝ ਕੈਂਸਲ ਹੋਇਆ। ਤੁਸੀਂ ਕਰਨਾ ਕੀ ਆ? ਅਤੇ ਆ ਕੇ ਲੋਕ ਵਿਹਲੇ ਤਾਂ ਬੈਠੇ ਕੰਮ 'ਤੇ, ਆਪਣਾ ਮਸੀ ਸਰਦਾ, ਤਾਂ ਤੁਸੀਂ ਕਹਿੰਦੇ ਜੀ 4 ਹੋਰ ਲਿਆਓ ਉਹਨਾਂ ਨੂੰ ਖਿਲਾਈਏ। ਆਪਾਂ ਥੋੜ੍ਹਾ ਜਿਹਾ ਹੋਲਡ ਆਫ ਕਰੀਏ ਉਹਦੇ ਦੇ ਵਿੱਚ। ਲੁੱਕ ਦਾ ਔਰ ਜੂਨ ਤੱਕ ਖੋਲ੍ਹਣ ਦਿਓ ਇਹਨਾਂ ਨੂੰ, ਇਹਨਾਂ ਦੀ ਸਰਵਿਸਿਜ਼ ਜੋ ਹੈਗੀਆਂ ਨੋਰਮਲ ਰਿਜ਼ਿਊਮ ਖੋਲ੍ਹਣ ਦਿਓ, ਐਂਡ ਦੈਨ ਆਪਾਂ ਦੇਖਦੇ ਹਾਂ ਫਿਰ ਮੰਗਾਈਏ ਉਹ। ਓਕੇ, ਗੁੱਡ ਈਵਨਿੰਗ Harjap Paji. It's my daughter's 4th wedding anniversary today. Kiran Panessa and son-in-law Rakesh Panessa. Lots of love from mum and dad and our cat Kitu. ਪਹਿਲਾਂ ਕੈਟ ਨੂੰ ਲੈਣਾ ਚਾਹੀਦਾ ਸੀ, ਘਰ ਦੀ ਲੰਬਰਦਾਰ ਤਾਂ ਕੈਟ ਹੀ ਆ। So Kiran and Rakesh, happy 4th anniversary. So ਤੁਹਾਨੂੰ happy anniversary ਹੋਵੇ। Let's have a look now. ਹੋਰ ਤੁਹਾਡੇ ਮੈਸੇਜਸ ਕਿਹੜੇ ਆ ਰਹੇ ਆ, ਪੜ੍ਹ ਲੈਂਦਾ ਆ। ਲੈਟਸ ਹੈਵ ਅ ਲੁੱਕ। ਮੇਰੇ ਖਿਆਲ ਫੋਨ ਕਾਲਸ ਵੀ ਤੁਹਾਡੇ ਆ ਰਹੇ ਆ ਨਾਲ ਦੀ ਨਾਲ, ਸੋ ਉਹਨਾਂ ਨੂੰ ਵੀ ਟਾਈਮ ਨਾਲ ਪੜ੍ਹਨਾ ਪੈਣਾ। ਐਂਡ ਟਵੀਟਸ ਵੀ ਆ ਰਹੀਆਂ ਆ। ਓਕੇ, ਹਾਂ ਮੈਸੇਜ ਆ ਭਾਜੀ ਕੈਨੇਡਾ ਬਾਰੇ ਪਲੀਜ਼ ਦੱਸੋ। ਕੈਨੇਡਾ ਵਿੱਚ ਕਾਫੀ ਇਸ ਵੇਲੇ ਇਮੀਗ੍ਰੇਸ਼ਨ ਨੂੰ ਓਪਨ ਹੈਗਾ ਆ। ਪਿੱਛੇ ਜਿਹੇ ਵੀ 1-2 ਹਫ਼ਤੇ ਹੋਏ ਆ, ਉਹਨਾਂ ਨੇ ਕਾਫੀ ਵਰਕ ਪਰਮਿਟਸ ਵਿੱਚ ਕੈਟਾਗਰੀਆਂ ਜਿਹਨਾਂ ਨੂੰ PR ਦੇਣੀਆਂ ਖੋਲ੍ਹ ਦਿੱਤੀਆਂ ਆ। ਸੋ PR ਇਸ ਵੇਲੇ ਬਣ ਰਿਹਾ ਕੈਨੇਡਾ ਕਾਫੀ ਅੱਛੀ ਤਰ੍ਹਾਂ, ਜੇ ਉੱਥੇ ਕੋਈ ਪਹੁੰਚ ਸਕੇ। ਇਟਸ ਅ ਗੁੱਡ ਓਪਰਚੁਨਿਟੀ। ਸੋ ਇਹ ਇੱਕ ਖਾਸ ਤੌਰ 'ਤੇ ਜਿਹੜੇ ਲੋਕ ਵਰਕ ਪਰਮਿਟਾਂ 'ਤੇ ਹੈਗੇ ਆ ਉੱਥੇ, ਸੋ ਉਹਨਾਂ ਲਈ ਬਹੁਤ ਅੱਛੀ ਓਪਰਚੁਨਿਟੀ ਆ। ਈਵਨ ਇੱਥੋਂ ਲੋਕ ਸਟੂਡੈਂਟਸ ਬਹੁਤ ਪੁੱਛਦੇ ਕਿ ਆਪਾਂ ਕੈਨੇਡਾ ਜਾ ਸਕਦੇ ਹਾਂ। ਹਾਂਜੀ, ਤੁਸੀਂ ਪੜ੍ਹਾਈ ਕੰਪਲੀਟ ਕਰਕੇ ਆਪਣੇ ਕੈਨੇਡਾ ਜਾ ਸਕਦੇ ਆ, ਉੱਥੇ ਗਾਹਾਂ ਪੜ੍ਹਨ ਨੂੰ। ਸੋ ਉਹ ਤੁਸੀਂ ਕਰ ਸਕਦੇ ਆ, ਜਾ ਸਕਦੇ। ਔਰ ਆਲਰੇਡੀ ਆਪਾਂ ਲੋਕਾਂ ਨੂੰ ਭੇਜ ਚੁੱਕੇ ਹਾਂ ਆਪਾਂ ਜਨਵਰੀ, ਫਰਵਰੀ, ਮਾਰਚ ਵਿੱਚ। ਜਿਨ੍ਹਾਂ ਨੇ ਕੈਨੇਡਾ ਨਿਕਲਣਾ ਸੀ, ਜਿਨ੍ਹਾਂ ਦੇ ਮਈ, ਜੂਨ 'ਚ ਵੀਜ਼ਾ ਖਤਮ ਸੀ ਨਾ, ਉਹ ਨਿਕਲ ਗਏ। ਸੋ ਕਾਫੀ ਲੋਟ ਪੀਪਲ ਨਿਕਲ ਗਏ ਉਹਦੇ ਵਿੱਚ, ਐਂਡ ਆਪਣੀ ਲਾਈਫ ਉੱਥੇ ਬਣਾ ਲਿਆ। ਉਹਨਾਂ ਨੇ ਇੰਗਲੈਂਡ ਨੂੰ ਜੱਫਾ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਭਾਈ ਆਪਾਂ ਨੂੰ PR ਚਾਹੀਦੀ ਆ, ਆਪਾਂ ਦੇਖ ਹੀ ਲਏ ਆ। ਇੱਥੇ ਤਾਂ 2009-10 ਵਾਲੇ ਫਿਰ ਰਹੇ ਹਾਲੇ ਕੱਚੇ,
ਸਾਡੀ ਵਾਰੀ ਕਦੋਂ ਆਊ। ਸੋ ਗੱਲ ਵੀ ਸਹੀ ਉਹਨਾਂ ਦੀ ਸੋਚਣੀ। ਚਲੋ ਉੱਥੇ ਜਾਓ, ਕਹਿੰਦੇ ਜਾਨੂੰ ਆਪਾਂ PR ਲੈ ਲੈਣੀ, ਜਾਨੂੰ ਇੱਥੇ ਫਿਰ ਕੱਚੇ ਫਿਰੀ ਜਾਣਾ ਹਾਲੇ। ਉਹ ਵੀ ਗੱਲ ਸਹੀ ਹੈ। ਚਲੋ ਕਾਲਰ ਵੱਲ ਜਾਂਦੇ ਹਾਂ ਤੇ ਦੇਖ ਰਹੇ ਕੌਣ ਹੈ ਲਾਈਨ 'ਤੇ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਇੱਥੇ ਨਾ ਪੜ੍ਹਨ ਆਈ ਸੀਗੀ ਜਨਵਰੀ ਇਨਟੇਕ ਦੇ ਵਿੱਚ ਲਾਸਟ ਈਅਰ, ਤੇ ਮੇਰੀ ਜਿੱਦਾਂ ਸਟੱਡੀ ਜਨਵਰੀ 'ਚ ਖਤਮ ਹੋ ਗਈ ਆ। ਤੇ ਜਿੱਦਾਂ ਮੈਂ ਨਾ ਫੀਸ ਮੇਰੀ ਲੇਟ ਹੋ ਗਈ ਸੀਗੀ, ਤੇ ਉਹਨਾਂ ਨੇ ਮੈਨੂੰ ਫ੍ਰੀ ਐਕੈਡੈਮਿਕ ਈਅਰ ਦਿੱਤਾ ਸੀਗਾ। ਤੇ ਫਰਵਰੀ ਦੇ ਵਿੱਚ ਜਿੱਦਾਂ ਮੇਰਾ ਅਕਾਊਂਟ ਹੈ ਨਾ ਅਨਲੌਕ ਹੋ ਗਿਆ ਸੀਗਾ, ਤੇ ਮੈਨੂੰ ਕੋਈ ਵੀ ਈਮੇਲਸ ਵਗੈਰਾ ਨਹੀਂ ਸੀ ਸ਼ੋ ਹੁੰਦੀਆਂ। ਤੇ ਜਦੋਂ ਮੈਂ ਉਹਨਾਂ ਨੂੰ ਮੈਸੇਜ ਕੀਤਾ ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਤੁਹਾਡੀ ਫੀਸ ਪੈਂਡਿੰਗ ਆ, ਵੀ ਤਾਂ ਕਰਕੇ ਤੁਹਾਡਾ ਸਟੂਡੈਂਟ ਅਕਾਊਂਟ ਆ ਜਿਹੜਾ ਉਹ ਲੌਕ ਕੀਤਾ ਹੋਇਆ। ਵੀ ਜਦੋਂ ਤੁਸੀਂ ਆਪਣਾ ਸਟੂਡੈਂਟ ਫੀਸ ਆਪਣੀ ਫੁੱਲ ਪੇ ਕਰ ਦੂੰਗੇ ਤਾਂ ਤੁਹਾਡਾ ਸਟੂਡੈਂਟ ਅਕਾਊਂਟ ਅਨਲੌਕ ਕਰ ਦੇਵਾਂਗੇ। ਪਰ ਜਿੱਦਣ ਮੈਂ 11 ਮਾਰਚ ਨੂੰ ਫੀਸ ਆਪਣੀ ਸਾਰੀ ਕਲੀਅਰ ਕਰ ਦਿੱਤੀ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਅਸੀਂ ਵਿਦਡਰੋ ਕਰ ਦਿੱਤਾ ਆ। ਉਹ ਏਦਾਂ ਹੀ ਕਰਦੇ ਅੱਜ ਕੱਲ੍ਹ। ਹਾਂਜੀ, ਤੇ ਵਿਦਡਰੋ ਕਰ ਦਿੱਤਾ ਆ। ਤੇ ਹੁਣ ਮੈਂ ਉਹਨਾਂ ਨੂੰ ਕਾਫੀ ਸਾਰੀਆਂ ਈਮੇਲਸ ਵੀ ਪਾਈਆਂ ਆ। ਉਹ ਕਹਿੰਦੇ ਵੀ ਤੁਸੀਂ ਲੇਟ ਹੋ ਗਏ ਆ, ਜਾਂ ਤੁਸੀਂ ਪਹਿਲਾਂ ਅਪੀਲ ਕਰਨੀ ਸੀਗੀ। ਤੇ ਫਿਰ ਕਦੀ ਕਹਿੰਦੇ ਇੰਟਰਨੈਸ਼ਨਲ ਆਫਿਸ ਨੂੰ ਫੋਨ ਕਰੋ, ਮੈਸੇਜ ਕਰੋ, ਕਦੀ ਕਹਿੰਦੇ ਉਹਨੂੰ ਈਮੇਲ ਕਰੋ। ਤੇ ਬਸ ਹੁਣ ਮੈਨੂੰ ਏਡੀ ਦੁਵਿਧਾ ਵਿੱਚ ਫਸਾਇਆ ਹੋਇਆ। ਦੱਸੋ ਮੈਂ ਹੁਣ ਇਹਦਾ ਕੀ ਇਲਾਜ ਕੱਢਾਂ? ਇਹਦਾ ਹੁਣ ਇਲਾਜ ਤਾਂ ਹੋਣਾ ਨਹੀਂ ਜੀ। ਇਹਦਾ ਇਲਾਜ ਇਹ ਸੀ ਤੁਸੀਂ ਟਾਈਮ ਸਿਰ ਫੀਸ ਦੇ ਦਿੰਦੇ ਭੈਣ ਜੀ। ਹੁਣ ਵਿਦਡਰੋ ਹੋਇਆ, ਹੁਣ ਤਾਂ ਕਰੋ ਇੰਜੋਏ ਜੀ। ਨਹੀਂ, ਏਦਾਂ ਫਿਰ ਕੋਈ ਸੋਲੂਸ਼ਨ ਆਊਗਾ ਵੀ ਜਿੱਦਾਂ ਹੁਣ ਉਹ ਕਹਿੰਦੇ ਵੀ ਕੁਛ ਕਰਦੇ ਨਹੀਂ ਜਾਂ ਕੁਛ ਨਹੀਂ ਕਿ ਉਹਨਾਂ ਨੂੰ ਲੋੜ ਹੀ ਨਹੀਂ ਕਰਨ ਦੀ। ਜਿਹੜੀ ਫੀਸ ਉਹਨਾਂ ਨੂੰ ਪਹਿਲਾਂ ਮਿਲਣਾ ਚਾਹੀਦਾ ਸੀ ਉਹ ਉਹਨਾਂ ਨੇ ਤੁਹਾਡੇ ਤੋਂ ਗੱਲਾਂ ਬਾਤਾਂ 'ਚ ਲੈ ਲਈ। ਉਹ ਤੁਸੀਂ ਦਿੱਤੀ ਨਹੀਂ ਸੀ। ਤੁਸੀਂ ਇਸ ਲਾਲਚ ਨੂੰ ਸ਼ਾਇਦ ਦਿੱਤੀ ਕਿ ਦੇ ਦਾਂਗੇ, ਸ਼ਾਇਦ ਮੈਨੂੰ ਅਨਲੌਕ ਕਰ ਦੂਗੇ। ਉਹਨਾਂ ਨੇ ਨੈਲੇ ਤੇ ਦਹਿਲਾ ਮਾਰਿਆ ਫੀਸ ਲੈ ਕੇ, ਬਾਅਦ 'ਚ ਦੱਸਤਾ ਕਿ ਅਸੀਂ ਤੈਨੂੰ ਵਿਦਡਰੋ ਕਰ ਲਿਆ। ਤੇ ਫਿਰ ਹੁਣ ਏਦਾਂ ਕੋਈ ਵੀ ਨਾ ਵੀਜ਼ਾ ਵੀ ਨਾ ਮਿਲੂਗਾ ਏਦਾਂ, ਜਿੱਦਾਂ ਹੁਣ ਮੇਰਾ ਨੈਕਸਟ ਮੰਥ ਵੀਜ਼ਾ ਖਤਮ ਹੋ ਜਾਣਾ ਹੈ। ਵੀਜ਼ਾ ਕਿੱਥੋਂ ਮਿਲਣਾ ਜੀ ਹੁਣ? ਜਾਂ ਕਿੱਦਾਂ ਵੀ ਕਿਸੇ ਤਰ੍ਹਾਂ ਐਕਸਟੈਂਡ ਹੋ ਜਾਵੇ, ਜਿੱਦਾਂ ਮੈਂ ਸਤੰਬਰ ਇਨਟੇਕ ਲੈਣਾ। ਫਿਰ ਬਹੁਤ ਮੁਸ਼ਕਿਲ ਹੈ ਜੀ। ਇਹਨਾਂ ਨੇ ਕਹਿਣਾ ਵਾਪਸ ਇੰਡੀਆ ਜਾਓ ਜੇ ਸਤੰਬਰ ਇਨਟੇਕ ਲੈ। ਅੱਛਾ ਜੀ। ਜਿੱਦਾਂ ਇੱਥੇ ਰਹਿ ਕੇ ਜਿੱਦਾਂ 3 ਮੰਥ ਐਕਸਟੈਂਡ ਹੋ ਜਾਵੇ, ਉਸ ਤੋਂ ਬਾਅਦ ਸਤੰਬਰ ਇਨਟੇਕ ਲੈ ਲਈਏ। ਨਹੀਂ ਇਹ ਹੋਣਾ ਜੀ। ਵਿਦਡਰੋ ਸਟੂਡੈਂਟ ਨੂੰ ਕੋਈ ਕੈਸ਼ ਹੀ ਨਹੀਂ ਦਿੰਦਾ ਪਹਿਲਾਂ ਤਾਂ। ਅੱਛਾ ਜੀ। ਜਿੱਦਾਂ ਮੇਰੇ ਹਸਬੈਂਡ ਕੰਮ ਕਰਦੇ ਆ ਫੈਕਟਰੀ ਦੇ ਵਿੱਚ, ਜਿੱਦਾਂ ਉਹ ਕਹਿੰਦੇ ਵੀ ਅਸੀਂ ਸਪਾਂਸਰਸ਼ਿਪ ਨਹੀਂ ਕਰ ਸਕਦੇ, ਵੀ ਜੇ ਅਸੀਂ ਲੌਂਗ ਟਰਮ ਦਾ ਐਗਰੀਮੈਂਟ ਦੇ ਦਈਏ ਫਿਰ ਕੰਮ ਚੱਲ ਜੂ। ਨਹੀਂ ਜੀ, ਸਪਾਂਸਰ ਚਾਹੀਦਾ। ਅੱਛਾ ਜੀ। ਠੀਕ ਹੈ। ਉਹਦੇ 'ਚ ਤਾਂ ਸਪਾਂਸਰ ਚਾਹੀਦਾ। ਸਪਾਂਸਰ ਲਾਇਸੈਂਸ ਹੋਵੇ, ਵਰਕ ਪਰਮਿਟ ਕਢਾ ਕੇ ਦੇਊਗੇ ਤਾਂ ਉਹ ਵੀ ਇੰਨੀ ਛੇਤੀ ਹੋਣਾ ਨਹੀਂ। ਠੀਕ ਹੈ। ਉਹਨੂੰ ਟਾਈਮ ਚਾਹੀਦਾ ਉਹ ਕੰਮ ਲਈ। ਠੀਕ ਹੈ, ਥੈਂਕ ਯੂ ਸਰ। ਚਲੋ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਵੈਸੇ ਤਾਂ ਬੇਬੀ ਰੋ ਹੀ ਰਿਹਾ ਸੀ ਪਿੱਛੇ। ਸਭ ਪਲਾਨਾਂ ਤਾਂ ਲੱਗਦਾ ਇਹਨਾਂ ਨੇ ਬਣਾ ਹੀ ਲਈਆਂ। ਤਾਂ ਇਹ ਮੈਨੂੰ ਅਕਸਰ ਹੈਰਾਨੀ ਵਾਲੀ ਗੱਲ ਹੁੰਦੀ ਆ ਕਿ ਲੋਕ ਆਉਂਦਿਆਂ ਨੂੰ ਬੇਬੀ ਕਰ ਲੈਂਦੇ ਆ, ਕਿਉਂਕਿ ਦਿਮਾਗ 'ਚ ਇਹ ਹੁੰਦਾ ਕਿ ਆਪਾਂ ਬੇਬੀ ਦੇ ਬੇਸ 'ਤੇ ਪੱਕੇ ਹੋ ਜਾਂਗੇ, ਇਹੀ ਹੈ ਨਾ। ਪਰ ਹੁਣ ਤਾਂ ਉਹ 5 ਸਾਲ ਵਾਲਾ ਕਾਨੂੰਨ ਵੀ ਇਹਨਾਂ ਨੇ ਤਕਰੀਬਨ ਤੋੜ ਹੀ ਸਿੱਟਿਆ ਅਤੇ ਹੁਣ 7 'ਤੇ ਆ ਗਿਆ ਮੁੜ ਕੇ। ਸੋ ਉਹਦੇ 'ਚ ਇਹ ਆ ਜੀ ਕਿ ਫਿਰ ਪੜ੍ਹਾਈ ਕਿੱਥੋਂ ਹੁੰਦੀ? ਪਤਾ ਹੀ ਹੈ ਜੀ ਫਿਰ ਕਿੱਥੋਂ ਹੁੰਦੀ ਪੜ੍ਹਾਈ ਬੇਬੀ ਦੇ ਨਾਲ, ਸਪੈਸ਼ਲੀ ਜੇ ਤੁਹਾਡੇ ਕੋਲ ਕੋਈ ਸੱਸ ਸਹੁਰਾ ਨਹੀਂ, ਇੱਥੇ ਮਾਪੇ ਹੈ ਨਹੀਂ, ਭੈਣ ਭਰਾ ਹੈ ਨਹੀਂ ਲੁੱਕ ਆਫਟਰ ਕਰਨ ਲਈ। ਬੇਬੀ ਤੋਂ ਕਿੱਥੋਂ ਔਖਾ ਤੁਹਾਨੂੰ ਪਤਾ ਹੀ ਆ। ਅਤੇ ਇਹ ਕਾਨੂੰਨ ਤਾਂ ਇਹਨਾਂ ਨੇ ਸਖਤ ਕੀਤੇ ਆ ਜੀ ਕਿ ਜਿਹੜੇ ਆ ਕੇ ਬੇਬੀ ਕਰ ਲੈਂਦੇ ਸੀ, ਜਾਂ ਕਈ ਤਾਂ ਸਟੂਡੈਂਟ ਕੁੜੀਆਂ ਆਉਣੀਆਂ ਹੀ ਪ੍ਰੈਗਨੈਂਟ ਸੀਗੀਆਂ 5 ਮਹੀਨੇ ਦੇ ਵਿੱਚ ਐਸ ਇਰਾਦੇ ਨਾਲ ਕਿ ਆਪਾਂ ਪੱਕੇ ਹੋ ਜਾਵਾਂਗੇ ਬੇਬੀ ਦੇ ਬੇਸ 'ਤੇ, ਕੋਈ ਗੱਲ ਨਹੀਂ, ਕਾਲਜ ਨਹੀਂ ਜਾਣਾ। ਸੋ ਇਹ ਸਿਸਟਮ ਟਾਈਟ ਹੋ ਰਹੀ ਹੈ। ਸਟੂਡੈਂਟ ਵੀਜ਼ੇ ਦੇਣ ਨੂੰ ਨਹੀਂ ਇਹ ਟਾਈਟ ਹੋ ਰਹੇ, ਸਟੂਡੈਂਟ ਇੱਥੇ ਪੱਕੇ ਕਿੱਦਾਂ ਹੋ ਸਕਦੇ ਆ ਉਹ ਇਹਨਾਂ ਨੇ ਟਾਈਟ ਕਰ ਦਿੱਤਾ ਤਾਂ ਕਿ ਇੱਥੇ ਸਿਰਫ ਜੈਨੂਇਨ ਸਟੂਡੈਂਟ ਆਉਣ। ਇਹਨਾਂ ਨੇ ਆਹ ਸਿਸਟਮ ਬਣਾਈ ਆ। ਸੋ ਲੋਕਾਂ ਨੇ ਪਰ ਇਹ ਸਟੂਡੈਂਟ ਵੀਜ਼ਾ ਦੇ ਰਹੇ ਆ, ਕਿਉਂ ਨਾ ਦੇਣ? ਇਹਨਾਂ ਦੇ ਪੈਸੇ ਬਣਾਉਣੇ ਆ। ਬਟ ਇਹਨਾਂ ਨੇ ਤੁਹਾਨੂੰ ਉਹਦੇ ਬਦਲੇ ਵੀਜ਼ਾ ਨਹੀਂ ਦੇਣਾ, ਐਕਸਟੈਂਡ ਕਰਨਾ। ਇਹ ਵੀ ਆ ਇਹਨਾਂ ਦੇ ਭਾਅ ਨੂੰ। ਤੁਸੀਂ ਫਿਰ ਬਾਅਦ 'ਚ ਕੱਚੇ ਫਿਰੀਓ, ਤਕਲੀਫ ਤਾਂ ਤੁਸੀਂ ਕੱਟਣੀ ਆ। ਇਹ ਕਹਿੰਦੇ ਸਾਨੂੰ ਕੀ ਆ, ਆਪੇ ਜਦੋਂ ਫੜ ਹੋਊਗੇ ਤਾਂ ਚੱਲ ਜਾਓਗੇ। ਇੱਕ ਆ ਵੀ ਬੜੀ ਗਲਤ ਫਹਿਮੀ ਹੈ ਜੀ ਕਿ ਨਿਆਣਾ ਕਰ ਲਓ, ਕੋਈ ਨਹੀਂ ਤੁਹਾਨੂੰ ਭੇਜ ਸਕਦਾ ਮੁੜ ਕੇ। ਸਭ ਤੋਂ ਗਲਤ ਫਹਿਮੀ ਤਾਂ ਆ ਜੀ ਜੋ ਲੋਕਾਂ ਨੇ ਮਨ 'ਚ ਪਾਈ। ਉਹ ਨਿਆਣੇ ਵਾਲਿਆਂ ਨੂੰ ਮੁੜ ਕੇ ਭੇਜਦੇ ਆ ਜੀ। ਸੋ ਇਹ ਤਾਂ ਹੁਣ ਜਿਹੜੇ ਭੇਜਦੇ ਆ ਉਹਨਾਂ ਨੂੰ ਪੁੱਛੋ ਡਿਟੈਂਸ਼ਨ ਸੈਂਟਰ ਵਾਲਿਆਂ 'ਚ ਕਿ ਜੀ ਫੈਮਲੀਆਂ ਕਿੱਦਾਂ ਰੱਖਦੇ ਆ। ਸੋ ਇਹ ਭੇਜਦੇ ਆ, ਡਿਟੇਨ ਵੀ ਰੱਖਦੇ ਆ। ਅਤੇ ਇੱਦਾਂ ਜਿਹੜੇ ਲੋਕ ਕਹਿੰਦੇ ਆ ਨਾ ਕਿ ਨਿਆਣੇ ਵਾਲਿਆਂ ਨੂੰ ਭੇਜ ਨਹੀਂ ਸਕਦੇ, ਆਪ ਤੋਂ ਲੁੱਕੇ ਰਹਿੰਦੇ ਆ ਨਿਆਣਿਆਂ ਸਮੇਂ। ਜੇ ਉਹ ਕਹਿ ਨਹੀਂ ਸਕਦੇ ਕੁਛ ਤਾਂ ਬਾਹਰ ਜਾ ਕੇ ਮੱਗੇ ਕੱਢੋ, ਭੰਗੜੇ ਪਾਓ,
ਤੇ ਪੰਗੇ ਲਓ, ਉਹ ਕਿਉਂ ਨਹੀਂ ਲੈ ਰਹੇ? ਲੋਕ ਕੇ ਰਹਿੰਦੇ ਆ। ਸੋ ਉਹ ਪਹਿਲਾਂ ਲੋਕਾਂ ਦੀ ਵਰਡਸ 'ਤੇ ਨਾ ਜਾਓ, ਤੁਸੀਂ ਲੋਕਾਂ ਦੇ ਐਕਸ਼ਨ ਦੇਖੋ। ਮੈਂ ਅੱਗੇ ਵੀ ਬਹੁਤ ਵਾਰੀ ਕਹਿੰਦਾ, ਦੇਖੋ ਲੋਕ ਕਰਦੇ ਕੀ ਆ। ਲੋਕ ਕਹਿੰਦੇ ਤਾਂ ਬਹੁਤ ਕੁਛ ਆ, ਇਹ ਕਹਿਣ ਵਿੱਚ ਇੱਕ ਦੂਜੇ ਨੂੰ ਮਿਸਗਾਈਡ ਹੋ ਜਾਂਦੇ ਆ। ਅੰਨੇ ਨੂੰ ਖਿੱਚੀ ਫਿਰਦਾ ਇੱਥੇ। ਸੋ ਆਹ ਚੀਜ਼ ਹੈ ਜੀ ਅੰਧ ਵਿਸ਼ਵਾਸ ਵਿੱਚ, ਕਿ ਕੋਈ ਗੱਲ ਨਹੀਂ, ਲੱਗੇ ਰਹੋ, ਹੋ ਜਾਵਾਂਗੇ। ਇੱਦਾਂ ਲੋਕਾਂ ਦੇ 15 18 ਸਾਲ ਲੰਘ ਗਏ ਅਤੇ ਕੁਛ ਬਣਦਾ ਨਹੀਂ, ਉਮਰਾਂ ਲੰਘ ਗਈਆਂ ਅਤੇ ਉਹ ਬਸ ਕੰਮ 'ਤੇ ਗਏ, ਘਰ ਆਏ, ਪੈਸੇ ਭੇਜੇ ਪਿੱਛੇ, ਆਪਣੇ ਲਈ ਤਾਂ ਕੁਛ ਕੀਤਾ ਨਹੀਂ। ਚਲੋ ਹੁਣ ਆਪਾਂ ਆਨੇ ਕਾਲਰ ਤੇ ਦੇਖਦੇ ਕੌਣ ਹੈ ਲਾਈਨ 'ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਵੀ ਅਸੀਂ ਸਪੇਨ ਤੋਂ ਆਏ ਹਾਂ ਤੇ ਪੇਰੈਂਟਸ ਸਾਡੇ ਸਪੇਨ ਨੇ ਤੇ ਉਹਨਾਂ ਕੋਲ ਵੀ ਹੁਣ ਉਹਨਾਂ ਨੂੰ ਲਾਸਟ ਅਕਤੂਬਰ 'ਚ 5 ਸਾਲ ਦਾ ਕਾਰਡ ਮਿਲਿਆ ਫੈਮਿਲੀ ਬੇਸ ਤੇ। ਠੀਕ ਹੈ ਜੀ। ਤੇ ਉਹਨਾਂ ਨੂੰ ਇੱਥੇ ਸੱਦਣਾ ਚਾਹੁੰਦੇ ਆ ਤੇ ਕੀ ਆ ਸਕਦੇ ਨੇ? 30 ਜੂਨ ਤੋਂ ਪਹਿਲਾਂ ਤੁਸੀਂ ਕਰ ਸਕਦੇ ਅਪਲਾਈ। ਪਰ ਉਹਨਾਂ ਦਾ ਇੱਕ ਹੈਗਾ ਸੀ, ਪਹਿਲਾਂ ਅਸੀਂ ਇੱਥੋਂ ਅਪਲਾਈ ਕੀਤਾ ਸੀ ਤੇ ਇਹਨਾਂ ਰਿਜੈਕਟ ਕਰਤਾ ਸੀ। ਅੱਛਾ, ਉਹ ਫਿਰ ਦੇਖਣਾ ਪੈਣਾ ਕਿ ਕਿਉਂ ਰਿਜੈਕਟ ਕੀਤਾ ਜੀ, ਇਹ ਕਿਉਂ ਫਿਰ ਇਹਨਾਂ ਨੇ ਨਹੀਂ ਦਿੱਤਾ, ਫਿਰ ਉਹਦੀ ਸ਼ਾਇਦ ਪ੍ਰੋਬਲਮ ਪੈ ਸਕਦੀ ਹੈ। ਪਹਿਲਾਂ ਮੈਂ ਆਪਣੇ ਬੇਸ ਤੇ ਕੀਤਾ ਸੀ, ਹੁਣ ਜਿਹੜੇ ਪੇਪਰ ਬਣੇ ਆ ਉਹ ਬ੍ਰਦਰ ਦੇ ਬੇਸ ਤੇ ਬਣੇ ਆ, ਬ੍ਰਦਰ ਉੱਥੇ ਹੀ। ਅੱਛਾ। ਤੇ ਉਹਦੇ ਬੇਸ ਤੇ ਬਣੇ ਆ, ਉਹ ਤੇ ਇੱਥੇ ਆ ਗਿਆ, ਸੈਟਲਮੈਂਟ ਵਗੈਰਾ ਸਾਰੀ ਹੈਗੀ ਉਹਦੀ, ਇੱਥੇ ਕੰਮ ਕਰਦਾ ਪਿਆ। ਹਾਂ। ਤੇ ਉਹਨਾਂ ਨੂੰ ਜਦੋਂ ਮੰਗਾਵਾਂਗੇ ਤੇ ਉਹ ਉਹਨਾਂ ਦਾ ਕੱਢਣਗੇ ਪੁਰਾਣਾ ਰਿਕਾਰਡ ਜਾਂ? ਹਾਂਜੀ, ਉਹ ਕੱਢਦੇ ਹੁੰਦੇ ਪੁਰਾਣਾ ਰਿਕਾਰਡ। ਅੱਛਾ। ਹਾਂ, ਪਰ ਫਿਰ ਵੀ ਤੁਸੀਂ ਅਪਲਾਈ ਜਿੰਨੀ ਵਾਰੀ ਮਰਜ਼ੀ ਕਰ ਸਕਦੇ ਆ, ਪਰ ਪੁਰਾਣਾ ਰਿਕਾਰਡ ਤਾਂ ਕੱਢਣਾ ਹੀ। ਹਾਂਜੀ। ਓਕੇ। ਹਾਂਜੀ। ਅੱਛਾ, ਇਹ ਪੁੱਛਣਾ ਸੀ ਵੀ ਅਪਲਾਈ ਕਰ ਸਕਦੇ, ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ? ਅਪਲਾਈ ਕਰ ਦਿਓ, ਜ਼ਿਆਦਾ ਤੋਂ ਜ਼ਿਆਦਾ ਨਾ ਕਰ ਦੋਗੇ, ਉਹ ਤਾਂ ਆਲਰੇਡੀ ਕੀਤੀ ਹੋ। ਹਾਂਜੀ ਹਾਂਜੀ। ਹਾਂ, ਤੇ ਜੇ ਜਿਸ ਤਰ੍ਹਾਂ ਉਹਨਾਂ ਕੋਲ ਫੈਮਿਲੀ ਆ ਤੇ ਉਹ ਵਿਦਆਊਟ ਟੂਰਿਸਟ ਨੇ ਸ਼ਾਇਦ ਬੈਨ ਕੀਤਾ ਜਾਂ ਹੁਣ ਜਾਂ ਕਿੱਦਾਂ? ਜਿਸ ਤਰ੍ਹਾਂ ਉਹਨਾਂ ਕੋਲ ਫੈਮਿਲੀ ਕਾਰਡ ਹੈਗਾ ਨਾ, ਤੇ ਫੈਮਿਲੀ ਕਾਰਡ ਤੇ ਯੂਰਪੀਅਨ ਜਿਹੜੇ ਉਹ 30 ਜੂਨ ਤੱਕ ਵਿਦਆਊਟ ਵੀਜ਼ਾ ਆ ਸਕਦੇ ਸੀ। ਇਹ ਦਸੰਬਰ ਤੋਂ ਪਹਿਲਾਂ ਆ ਸਕਦੇ ਸੀ, ਹੁਣ ਇਹ ਰੋਕਣ ਡਿਓ ਆ। ਅੱਛਾ। ਇਹ ਤਾਂ ਜਿਸ ਵੇਲੇ ਲੱਗਾ ਉਸ ਵੇਲੇ ਆ ਜਾਂਦੇ ਤੁਸੀਂ। ਨਹੀਂ, ਉਹਨਾਂ ਦਾ ਜਿਹੜਾ ਉਹ ਕਾਰਡ ਦੀ ਕੋਈ ਪ੍ਰੋਬਲਮ ਆ ਗਈ, ਉਹ ਥੋੜਾ ਡਿਲੇ ਹੋ ਗਿਆ ਸੀ ਨਾ। ਅੱਛਾ, ਫਿਰ ਤਾਂ ਹੀ ਪੰਗਾ ਪਿਆ ਜੀ। ਹਾਂਜੀ। ਚਲੋ ਕੋਈ ਗੱਲ ਨਹੀਂ, ਟਰਾਈ ਮਾਰ ਲਓ ਮੇਰਾ ਵੀ। ਓਕੇ ਹਾਂਜੀ, ਓਕੇ ਜੀ। ਸੋ ਹਾਂਜੀ, ਰਾਈਟ, ਲੈਟਸ ਹੈਵ ਅ ਲੁੱਕ। ਓਕੇ, ਇੱਕ ਜੀ ਆਪਾਂ Nikki ਦਾ ਮੈਸੇਜ ਆਇਆ। Hi Hijab, could you please do me a favour and wish my daughter Simran Verdi a happy 18th birthday for Wednesday, please, and tell her she has to go to school and she can't sit at home and watch cricket. Yes, no IPL for you, Simran, but happy birthday for Wednesday and go to school. That's right, like we all have to and did. School le jao, ਇੱਥੇ no ਛੁੱਟੀ, but when you come back you can watch the highlights. That's ਤਾਂ ਹੀ ਤਾਂ ਹੁਣ iPad and YouTube ਬਣਿਆ ਹੋਇਆ ਇਸ ਕੰਮ ਲਈ। ਚਲੋ, very good। ਚਲੋ ਮੈਂ ਵੀ ਹੁਣ ਜਾਣਾ ਆਈਪੈਡ 'ਤੇ ਮਾੜਾ ਮੋਟਾ ਦੇਖ ਕੇ ਆਉਣਾ, ਤਾਂ ਮਿਲਦਾ ਤੁਹਾਨੂੰ ਬ੍ਰੇਕ ਤੋਂ ਬਾਅਦ। ਹਾਂਜੀ, ਵੈਲਕਮ ਟੂ ਦ ਸ਼ੋ ਸਾਰਿਆਂ ਨੂੰ ਵੰਸ ਅਗੇਨ, ਐਂਡ ਫੋਨ ਲਾਈਨਾਂ ਖੁੱਲ੍ਹੀਆਂ ਐਜ਼ ਯੂਜੂਅਲ, ਤੁਸੀਂ ਆਪਣੇ ਸਵਾਲ ਪੁੱਛ ਸਕਦੇ ਆ, ਜਿਹੜੇ ਵੀ ਪੁੱਛਣੇ ਹੈਗੇ ਆ। ਫਿਰ ਬਾਅਦ 'ਚ ਨਾ ਕਿ ਭਾਜੀ ਆਇਆ ਨਹੀਂ 2 ਹਫ਼ਤੇ, ਅਤੇ ਹੋ ਸਕਦਾ ਅਗਲੇ ਹਫ਼ਤੇ ਨਾ ਹੋਵਾਂ, ਅਤੇ ਆਪਾਂ ਵੀ ਥੋੜ੍ਹਾ ਜਿਹਾ ਟਾਈਮ ਆਫ ਚਾਹੁੰਦੇ ਹਾਂ। ਤਾਂ ਖਾਸ ਤੌਰ 'ਤੇ ਫਰਾਈਡੇ ਮੈਨ, ਮੇਰੇ ਇੱਥੇ ਹੀ 9 ਵੱਜ ਜਾਂਦੇ ਆ ਐਵਰੀ ਫਰਾਈਡੇ। It's hard. I want to sit in my family as well. So, ਹਾਂਜੀ, ਫੋਨ ਲਾਈਨਾਂ ਖੁੱਲ੍ਹੀਆਂ, ਜਿਹਨੂੰ ਸਵਾਲ ਪੁੱਛੇ ਆ। ਤੁਹਾਡੇ ਮੈਸੇਜ ਬਸ ਪੜ੍ਹ ਦਮਾ ਆ ਗਏ। Just a couple of messages in a break. Oh ਜੀ, I see. Hi Hijab. We're enjoying your show while eating roti. Please say hi to my grandparents Harmail Kaur and Joginder Singh. They watch your show a lot and have learnt a lot. ਸੋ ਹਾਂਜੀ, ਹਰਮੇਲ ਕੌਰ ਜੀ, ਜੋਗਿੰਦਰ ਸਿੰਘ ਜੀ, ਅੱਧੇ ਵਕੀਲ ਬਣ ਗਏ ਤੁਸੀਂ ਸ਼ੋਅ ਦੇਖ ਕੇ, ਵਧਾਈਆਂ। ਅਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ।
ਇੱਕ ਸਪੈਸ਼ਲ ਸਤਿ ਸ਼੍ਰੀ ਅਕਾਲ ਕਹਦੇ ਹੈ ਜੀ ਆਪਣੇ ਵਿਊਅਰ ਨੂੰ, ਅਮਰੀਕ ਬਿਰਦੀ ਜੀ ਨੂੰ, ਜੋ ਕਿ ਆਪਣਾ ਸ਼ੋਅ ਦੇਖਦੇ ਆ ਹਰ ਟਾਈਮ, ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਕਹਿ ਦੇਵਾਂ ਬਿਰਦੀ ਜੀ। ਥੈਂਕ ਯੂ ਵੈਰੀ ਮੱਚ। ਹੁਣ ਕਾਲਰ ਆ ਔਨ ਦ ਲਾਈਨ, ਤੇ ਦੇਖਦੇ ਹਾਂ ਜੀ ਕੌਣ ਆ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਤੁਹਾਨੂੰ ਪੁੱਛਣਾ ਸੀ, ਜਿੱਦਾਂ ਤੁਸੀਂ ਕਹਿੰਦੇ ਸੀ ਕੈਨੇਡਾ ਨੂੰ ਵੀ ਤੁਸੀਂ ਸਟੂਡੈਂਟ ਭੇਜਦੇ ਆ, ਹਾਂਜੀ, ਤੇ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਫਿਰ ਤੁਸੀਂ ਭੇਜਦੇ ਜਾਂ ਪਹਿਲਾਂ ਵੀ ਭੇਜ ਸਕਦੇ ਆ? ਨਹੀਂ, ਜਦੋਂ ਪੜ੍ਹਾਈ ਪੂਰੀ ਹੋ ਜਾਵੇ। ਓਕੇ ਹਾਂ, ਵਿੱਚ ਵਿਚਾਲੇ ਨਹੀਂ। ਹਾਂ ਠੀਕ ਹੈ। ਤੁਹਾਨੂੰ ਕਾਫੀ ਵਾਰੀ ਜਿੱਦਾਂ ਫੋਨ ਕਰਨ ਦੀ ਟਰਾਈ ਕੀਤੀ, ਤੁਹਾਨੂੰ ਅਪਾਇੰਟਮੈਂਟ ਬਣਾਉਣੀ ਸੀ, ਫੋਨ ਹੀ ਨਹੀਂ ਚੱਕਦੇ ਤੁਸੀਂ। ਨਹੀਂ, ਫੋਨ ਤਾਂ ਉੱਥੇ 10 ਤੋਂ 6 ਤੱਕ ਬਿਜ਼ੀ ਬਹੁਤ ਹੁੰਦੇ ਆ ਜੀ। ਹੁਣ ਸਟੂਡੈਂਟਾਂ ਨੇ ਬਹੁਤ ਲਾਈਨਾਂ ਲੱਗੀਆਂ ਹੁਣ। ਲੋਕ ਤਾਂ ਹਾਂ, ਦਫ਼ਤਰ ਹੀ ਹੁੰਨਾ ਮੈਂ, ਜਾਂ ਤਾਂ ਆਪਣੇ ਨਵੇਂ ਲੰਡਨ ਵਾਲੇ ਦਫ਼ਤਰ ਹੁੰਨਾ, ਇੱਕ ਦਿਨ ਮੈਂ ਬਰਮਿੰਘਮ ਹੋਣਾ ਉੱਥੇ ਹੁੰਨਾ। ਸੋ ਮੈਂ ਰਹਿਣਾ ਤਾਂ ਮੈਂ ਦਫ਼ਤਰ ਹੀ ਹਾਂ 5 ਦਿਨ। ਠੀਕ ਹੈ, ਆ ਕੇ ਮਿਲ ਜਾਓ। ਹਾਂਜੀ ਹਾਂਜੀ, ਚਲੋ ਠੀਕ ਹੈ ਭਾਜੀ। ਓਕੇ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਜੀ। ਜਿਹੜੇ ਨਹੀਂ ਦਫ਼ਤਰ ਆ ਸਕਦੇ ਆ, ਉਹ ਫੋਨ 'ਤੇ ਵੀ ਟਾਈਮ ਲੈ ਸਕਦੇ ਆ। ਆਪਾਂ ਉਹਨਾਂ ਲਈ ਫੋਨ 'ਤੇ ਟਾਈਮ ਕੱਢ ਲਈਦਾ ਆ, ਅਤੇ ਫੋਨ ਰਾਹੀਂ ਉਹਨਾਂ ਨੂੰ ਅਰੇਂਜ ਕਰ ਲਈਦਾ। ਸੋ ਵੈਸੇ ਤਾਂ ਜਿਹੜਾ ਮੇਰਾ ਮੋਬਾਇਲ 'ਤੇ ਫੋਨ ਕਰਦਾ, ਮੈਂ ਆਪ ਨਹੀਂ ਚੱਕਦਾ, ਮੈਂ ਹਮੇਸ਼ਾ ਉਹਨਾਂ ਨੂੰ ਫਿਰ ਸੈਕਟਰੀ ਨੂੰ ਨੰਬਰ ਦੇ ਦਿੰਦਾ ਹੁੰਦਾ, ਤਾਂ ਉਹ ਕਾਲ ਬੈਕ ਕਰ ਦਿੰਦੇ ਆ। ਸੋ ਤੁਹਾਨੂੰ ਕਾਫੀਆਂ ਨੂੰ ਉਹ ਕਾਲ ਬੈਕ ਕਰਦੇ ਆ, ਫਿਰ ਉਹ ਤੁਸੀਂ ਨਹੀਂ ਅੱਗੇ ਚੱਕਦੇ ਜਦੋਂ ਕਾਲ ਆਉਂਦੀ ਆ, ਅਤੇ ਪਤਾ ਨਹੀਂ ਡਰ ਜਾਂਦੇ ਤੁਸੀਂ ਦਫ਼ਤਰ ਦਾ ਨੰਬਰ ਦੇਖ ਕੇ। ਸੋ ਆਪਾਂ ਕੋਸ਼ਿਸ਼ ਤਾਂ ਕਰੀਦੀ ਕਿ ਸਾਰਿਆਂ ਨਾਲ ਆਪਾਂ ਅਕੋਮੋਡੇਟ ਕਰੀਏ, ਪਰ ਰਸ਼ ਕਾਫੀ ਚੱਲ ਰਿਹਾ, ਤੁਹਾਨੂੰ ਪਤਾ ਹੀ ਆ ਕਿ ਇੱਕ ਤਾਂ ਵਰਕ ਪਰਮਿਟ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਕਿ ਲੱਗਣ ਦਾ, ਉਹ ਬੜੇ ਲੱਗ ਰਹੇ ਆ। ਲਾਇਸੈਂਸਿਸ ਲੋਕਾਂ ਦੇ ਅਪਲਾਈ ਹੋ ਰਹੇ, ਉਹ ਆ ਰਿਹਾ ਆ 2-3 ਤੋਂ ਉਹ ਆਇਆ ਇਸ ਵੀਕ, ਅਤੇ ਉਹਨਾਂ ਨੇ ਗਾਹਾਂ ਹੁਣ ਆਪਣੇ ਬੰਦੇ ਸਟੂਡੈਂਟ ਵਰਕ ਪਰਮਿਟ 'ਤੇ ਸਵਿਚ ਕਰਾਉਣੇ ਆ। ਸੋ ਉਹ ਬੜਾ ਕੰਮ ਚੱਲ ਪਿਆ ਜੀ ਸਾਡਾ। ਇੱਕ ਵਿੱਚ ਵਿਚਾਲੇ ਕੈਨੇਡਾ ਨੂੰ ਜਾਣ ਦਾ ਕੰਮ ਸ਼ੁਰੂ ਹੋ ਗਿਆ, ਖਾਸ ਤੌਰ 'ਤੇ ਜਿਨ੍ਹਾਂ ਦੇ ਵੀਜ਼ੇ ਹੁਣ ਜਲਦੀ ਖ਼ਤਮ ਹੋ ਰਹੇ ਆ। ਇੱਕ PSW ਦਾ ਸਿਸਟਮ ਸ਼ੁਰੂ ਹੋਣ ਲੱਗਾ ਦੁਬਾਰਾ 1 ਜੁਲਾਈ ਤੋਂ। ਸੋ ਬਿਜ਼ੀ ਤਾਂ ਆਪਾਂ ਕਾਫੀ ਹਾਂ। ਇੱਕ ਪੋਰਚੁਗਲ ਦਾ ਵਿੱਚ ਵਿਚਾਲੇ ਤੁਹਾਨੂੰ ਪਤਾ ਪਿਛਲੇ ਸਾਲ ਆਪਾਂ ਕੰਮ ਸ਼ੁਰੂ ਕੀਤਾ ਵੀਜ਼ਾ, ਉਹ ਬੜਾ ਚੱਲ ਰਿਹਾ ਇੰਡੀਆ ਤੋਂ। ਸੋ ਕਾਫੀ ਜੋ ਇੰਡੀਆ ਸਿਟੀ ਵਾਲੇ ਲੋਕ ਆ, ਉਹ ਕਾਫੀ ਉੱਧਰ ਨੂੰ ਜਾ ਰਹੇ ਆ ਪੋਰਚੁਗਲ ਬਿਜ਼ਨਸ ਜਾਣ। ਸੋ ਕੰਮ ਤਾਂ ਹੁਣ ਸੁੱਖ ਨਾਲ ਕਾਫੀ ਆ, ਹੁਣ ਤਾਂ ਬਿੱਲ ਹੀ ਨਹੀਂ ਮਿਲਦਾ, ਬਟ ਹਾਂ ਲਾਈਫ ਔਖੀ ਹੋ ਗਈ ਥੋੜ੍ਹੀ, ਪਰ ਕੋਈ ਗੱਲ ਨਹੀਂ। ਹੁਣ ਇਹ ਹੁਣ ਕੀ ਕਰੀਏ, ਹੁਣ ਲਾਈਫ ਹੈ ਹੀ ਔਖੀ। ਬਾਕੀ ਹਾਂ, ਦਫ਼ਤਰ ਹੀ ਹੁੰਦਾ। ਜੇ ਤੁਹਾਨੂੰ ਕੋਈ ਨਾ ਕੋਈ ਅਫਵਾਹ ਆ ਜਾਂ ਕੋਈ ਨਾ ਕੋਈ ਥੋੜ੍ਹੀ ਜਿਹੀ ਗੱਲ ਕਲੀਅਰ ਕਰਨਾ ਚਾਹੁੰਦੇ ਆ, ਤਾਂ ਤੁਸੀਂ ਦਫ਼ਤਰ ਆਓ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਲੱਤਾਂ ਵੜਾ ਕੇ ਵੱਡੇ ਡਾਕਟਰ ਕੋਲ ਜਾਣ ਦਾ ਕੋਈ ਫਾਇਦਾ ਨਹੀਂ। ਤੁਸੀਂ ਪਹਿਲਾਂ ਆ ਜਾਓ, ਪਹਿਲਾਂ ਆਪਣਾ ਆਈਡੀਆ ਪਲਾਨ ਕਰੋ, ਨਾਲੇ ਸੱਚਾਈ ਦਾ ਪਤਾ ਕਰੋ ਕਿ ਕੀ ਹੈ, ਤਾਂ ਕਿ ਤੁਸੀਂ ਆਪਣੀ ਲਾਈਫ ਪਲਾਨ ਕਰ ਸਕੋ। ਨਹੀਂ ਤਾਂ ਅੱਗੇ ਵੀ ਕਹਿ ਚੁੱਕੇ ਆਪਾਂ, ਲੋਕਾਂ ਨੇ ਇੱਥੇ ਜ਼ਿੰਦਗੀਆਂ ਰੋਲ ਦਿੱਤੀਆਂ, ਅਤੇ ਪੱਕੇ ਹੋਣ ਦੀ ਡਰੀਮ 'ਚ ਕਦੇ ਕੁਛ ਪਾਇਆ, ਕਦੇ ਕੁਛ, ਕਦੇ ਕਿੰਨੇ ਕੇਸ ਰਿਫਿਊਜ਼ ਆ। ਅਤੇ ਅੱਜ ਕੋਈ ਆਇਆ ਸੀ, ਉਹਦੇ 8-9 ਕੇਸ ਰਿਫਿਊਜ਼ ਸੀ, ਅਤੇ ਵੀਜ਼ਾ ਕੋਈ ਨਹੀਂ ਲੱਗਾ। ਅਤੇ ਕਹਿੰਦਾ ਭਾਈ ਜਿੰਨੀ ਮੈਂ ਫੀਸਾਂ ਦਿੱਤੀਆਂ, ਕਹਿੰਦਾ 60-70 ਹਜ਼ਾਰ ਪਾਉਂਡ ਵਕੀਲਾਂ ਨੂੰ ਮੈਂ ਦੇ ਚੁੱਕਾ। ਮੈਂ ਕਿਹਾ ਭਾਈ ਨੇ ਤੈਨੂੰ 25 ਲੈ ਕੇ ਤੈਨੂੰ ਕਹਿ ਦੇਣਾ ਸੀਗਾ, 25 ਪਾਉਂਡ ਲੈ ਕੇ ਕਹਿ ਦੇਣਾ ਸੀ ਕਿ ਤੂੰ ਨਾ ਹੀ ਪਾ, ਜਿੱਦਾਂ ਹੈਗਾ ਟਿਕਿਆ ਰਹਿ। ਅਤੇ ਉਹ ਬਸ ਹੁਣ ਕੀ ਕਰੀਏ। ਹੁਣ ਹੋਮ ਆਫਿਸ ਮਗਰ ਲੱਗੀ ਹੋਆ, ਪਾਸਪੋਰਟ ਫਸੇ ਹੋ ਉੱਥੇ, ਅਤੇ ਕੋਈ ਫਾਇਦਾ ਹੋਇਆ ਨਹੀਂ, ਨੱਠਣਾ ਭੱਜਣਾ ਪੈਣਾ। ਚਲੋ ਜੀ, ਆਪਾਂ ਹੁਣ ਜਾਈਏ ਕਾਲਰ ਵੱਲ ਅਤੇ ਦੇਖੀਏ ਕੌਣ ਹੈ ਲਾਈਨ 'ਤੇ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਵੀਜ਼ਾ ਸੀਗਾ ਲੱਗਾ, ਤਾਂ ਉਹ ਐਕਸਪਾਇਰ ਹੋ ਗਿਆ ਸੀਗਾ। ਉਦੋਂ ਤਾਂ ਅਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹਾਂ, ਤੇ ਹੁਣ ਪੇਰੈਂਟਸ ਠੀਕ ਨਹੀਂ ਹੈਗੇ, ਤਾਂ ਮੈਂ ਜਾਣਾ ਚਾਹੁੰਦਾ ਸੀ। ਤੇ ਅੱਜ ਕੱਲ੍ਹ ਕੀ ਪ੍ਰੋਸੀਜਰ ਆ ਵੀਜ਼ਾ, ਇਲੈਕਟ੍ਰੋਨਿਕ ਵੀਜ਼ਾ ਜਾਂ? ਇੰਡੀਆ ਦਾ? ਹਾਂਜੀ, ਇੰਡੀਆ ਤਾਂ OCI ਵਾਲੇ ਨੂੰ ਜਾਣ ਦੇ ਰਹੇ ਆ ਜੀ। ਅੱਛਾ ਜੀ। ਹਾਂ, ਜਾਂ ਤੁਹਾਨੂੰ ਕੋਈ ਸਪੈਸ਼ਲ ਪਰਮਿਸ਼ਨ ਲੈਣੀ ਪੈਣੀ ਐਮਬੈਸੀ ਤੋਂ। ਅੱਛਾ ਜੀ। ਜੇ ਉਹ ਆਮ ਤੌਰ 'ਤੇ ਨਹੀਂ ਜਾਣ ਦੇ ਰਹੇ, ਤਾਂ ਖਾਸ ਤੌਰ 'ਤੇ ਅੱਜ ਕੱਲ੍ਹ ਦੇ ਡੇਟਾਂ 'ਚ ਉਹ ਤਾਂ ਹੁਣ ਬਿਲਕੁਲ ਹੀ ਕੰਮ ਉੱਥੇ ਮਾੜਾ ਹੋਇਆ ਜੀ। ਇਹ ਕਿੰਨੇ ਕੁ ਚਿਰ ਤੱਕ ਕਿੱਦਾਂ ਹੋ? ਭਾਜੀ ਕੁਛ ਨਹੀਂ ਕਹਿ ਸਕਦੇ ਹਾਲੇ। ਅੱਛਾ। ਹਾਂ, ਇਹ ਤਾਂ ਉਹਨਾਂ ਦੀ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਆ ਜੀ। ਹਾਂ, ਪਰ OCI ਵਾਲਿਆਂ ਨੂੰ ਜਾਣ ਦੇ ਰਹੇ ਇਹ। ਤੇ ਜੇ ਭਾਜੀ ਫਿਰ ਉਹ ਜੇ ਹੁਣ ਕੋਈ ਇੱਦਾਂ 5 ਸਾਲ ਦਾ ਅਪਲਾਈ ਕਰਨਾ ਹੋਵੇ, ਸਾਲ ਦਾ? ਭਾਈ ਉਹ ਦੇ ਹੀ ਨਹੀਂ ਰਹੇ ਫਿਲਹਾਲ। ਅੱਛਾ। ਹਾਂ, ਉਹ ਵੀਜ਼ੇ ਦੇ ਹੀ ਨਹੀਂ ਰਹੇ। ਉਹ ਕਹਿੰਦੇ ਬਸ OCI ਵਾਲੇ ਦੱਸਦੇ। ਹਾਂ ਹਾਂ, ਜਾਂ ਜਿਹਨਾਂ ਕੋਲ
ਇੰਡੀਆ ਦਾ ਦੂਆ ਹੈਗਾ ਪਾਸਪੋਰਟ, ਉਹ ਜਾ ਸਕਦੇ ਆ। ਅੱਛਾ ਜੀ। ਹਾਂ ਪੱਕੀ ਸਟੈਂਪ ਹੈ ਉੱਤੇ। ਬ੍ਰਿਟਿਸ਼ ਵਾਲਿਆਂ ਨੂੰ ਇਹ ਨਹੀਂ ਜਾਣ ਦੇ ਰਹੇ ਜ਼ਿਆਦਾ। ਠੀਕ। ਹੁਣ ਤਾਂ ਔਖਾ ਹੀ ਹੈ। ਹਾਂ ਜਾਂ ਤਾਂ ਕੋਈ ਬਹੁਤ ਅਰਜੈਂਟ ਬਿਜ਼ਨਸ ਦਾ ਕੰਮ ਹੋਵੇ ਤੇ ਤਾਂ ਉਹ ਜਾ ਦੇ ਰਹੇ ਆ, ਬਟ ਉੱਦਾਂ ਨਹੀਂ ਮੇਰਾ ਵੀਰ। ਉੱਦਾਂ ਐਮਬੈਸੀ ਦਾ ਇਹਨਾਂ ਦੀ ਵੈਬਸਾਈਟ 'ਤੇ ਦੇਖੋ, ਉਹ ਸ਼ਰਤਾਂ ਇਹਨਾਂ ਨੇ ਲਿਖੀਆਂ ਕਿ ਇਸ ਸ਼ਰਤਾਂ ਵਿੱਚ ਤੁਹਾਨੂੰ ਵੀਜ਼ਾ ਮਿਲੇਗਾ। ਠੀਕ। ਉਹਨਾਂ ਦੀ ਵੈਬਸਾਈਟ ਕੀ ਭਾਈ? www.hcilondon.in। ਓਕੇ। HCI ਲੰਡਨ ਵਾਲਿਆਂ ਦੀ ਇਹਨਾਂ ਦੀ। ਓਕੇ ਜੀ, ਓਕੇ ਭਾਈ। ਓਕੇ, ਸਤਿ ਸ਼੍ਰੀ ਅਕਾਲ ਜੀ। ਯਾਰ ਕਰੋਨਾ ਨੇ ਕਾਫੀ ਮਜਬੂਰੀਆਂ, ਲੋਕਾਂ ਦੇ ਮਾਪੇ ਢਿੱਲੇ ਆ, ਕਈਆਂ ਦੇ ਦਾਗਾਂ ਤੇ ਨਹੀਂ ਪਹੁੰਚ ਹੋਇਆ। So it's quite it's a sad situation, but ਹੁਣ ਹੈ ਹੀ ਸਾਰਾ situation। ਭਾਜੀ ਪਲੀਜ਼ say hello to my parents, ਗੁਰਦੇਵ ਮਾਨ and ਲੈਂਬਰ ਸਿੰਘ ਮਾਨ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। Right, okay. Hi Hajab, love your program. Just wanted to know if I'm able to call my family over for my son's wedding in August, please. All depends on what state India is in. So India is in a very critical state at the moment. ਇਸ ਵੇਲੇ ਇੰਡੀਆ ਦੀ ਮੌਤਾਂ ਜੋ ਹੈਗੀਆਂ ਕਰੋਨੇ ਨਾਲ ਉਹ ਟੌਪ ਕਰ ਰਹੀਆਂ। ਸੋ ਉਹਦੇ ਵਿੱਚ ਇੰਡੀਆ ਦਾ ਸਟੇਟ ਜਾਣ ਆਉਣ ਦਾ ਮੇਰਾ ਖਿਆਲ ਨਹੀਂ ਕਿ ਹਾਲੇ ਕੋਈ ਅੱਛੀ ਨਿਊਜ਼ ਹੈਗੀ ਉਹਦੇ ਦੇ ਵਿੱਚ। And especially calling people over for weddings and all that, I just don't think it's going to be that reasonable at the moment कि वो वीज़े इशू करोगे। ख़ास तौर पे जो Pakistan and Bangladesh have been put on a red list and India looks like is going on a red list now with the rate of going COVID pressure by Paddy government to put India on a red list. So I don't think the India conversation is ready to be had yet. ਚਲੋ ਜੀ ਆਪਾਂ ਹੋਰ ਵੀ ਤੁਹਾਡੇ ਮੈਸੇਜ ਪੜ੍ਹ ਦਈਏ ਕਿਹੜੇ ਆਏ ਹੋ ਆ। ਓਕੇ, ਮਿੰਟੂ ਦਾ ਮੈਸੇਜ ਆਇਆ ਲੈਸਟਰ ਤੋਂ। ਬਿਊਟੀਫੁਲ ਪ੍ਰੋਗਰਾਮ ਮਿਸਟਰ ਜਾਬ ਜੀ, ਲੋਟਸ ਟੂ ਲਰਨ ਐਂਡ ਪਲੈਂਟੀ ਆਫ ਯੂਸਫੁਲ ਇਨਫੋਰਮੇਸ਼ਨ। ਥੈਂਕ ਯੂ ਜੀ ਤੁਹਾਡਾ। ਰਾਈਟ, ਤੇ ਹੋਰ ਕਿਹੜੇ ਆ ਦੇਖ ਲੈਣੇ ਆ ਮੈਸੇਜਸ ਆਇਓ ਲੋਕਾਂ ਦੇ। ਬਾਕੀ ਮੈਂ ਤੁਹਾਨੂੰ ਦੱਸਿਆ ਫੋਨ ਲਾਈਨਾਂ ਖੁੱਲ੍ਹੀਆਂ ਆ, ਜੇ ਗੱਲ ਕਰਨੀ ਕਰ ਲਓ। ਮਿੰਟ ਤੁਹਾਡੇ ਕੋਲ ਤਕਰੀਬਨ ਰਹਿ ਗਏ 20 ਤੋਂ ਵੀ ਘੱਟ, 15 ਮਿੰਟ ਰਹਿ ਗਏ। ਸੋ ਜਿਨ੍ਹਾਂ ਨੇ ਕਰਨੀ ਗੱਲ ਕਰ ਸਕਦੇ ਆ। ਰਾਈਟ, ਆਪਾਂ ਹੁਣ ਕੀ ਗੱਲ ਕਰੀਏ? ਗੱਲ ਕਰੀਏ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਦੇ ਦਈਏ। ਕਾਹਦੀਆਂ? ਵਿਸਾਖੀ ਦੀਆਂ। ਸੋ ਵਿਸਾਖੀ ਦੀਆਂ ਲੱਖ ਵਧਾਈਆਂ। ਪਰ ਵਿਸਾਖੀ ਦੇ ਨਾਲ ਸਾਨੂੰ ਪਤਾ ਕਿ ਆਪਾਂ ਨਹੀਂ ਇਸ ਸਾਲ ਮਨਾ ਸਕੇ ਜਿੱਦਾਂ ਆਪਾਂ ਮਨਾਉਣਾ ਚਾਹੁੰਦੇ ਹਾਂ, ਨਗਰ ਕੀਰਤਨਾਂ ਦੇ ਥਰੂ, ਮੇਲਿਆਂ ਦੇ ਥਰੂ, ਸ਼ੋਆਂ ਦੇ ਥਰੂ, ਗਾਉਣ ਬਿਯੋਂਡ ਦੇ ਪ੍ਰੋਗਰਾਮ ਦੇ ਥਰੂ। ਬਟ ਉਹ ਹੁਣ ਸਾਰੀ ਦੁਨੀਆ 'ਤੇ ਤੁਹਾਨੂੰ ਪਤਾ ਆ ਕਿ ਜੋ ਭਾਰੀ ਪਈ ਆ ਉਹਦੇ ਕਰਕੇ। ਬਟ ਹੋਪਫੁਲੀ ਨੈਕਸਟ ਈਅਰ ਆਪਾਂ ਮਨਾਵਾਂਗੇ। ਸੋ ਹੈਪੀ ਵਿਸਾਖੀ ਇਜ਼ ਟਿੰਟਡ ਦਿਸ ਈਅਰ ਬਿਕਾਜ਼ there's a lot of Kisans going through struggles like they're going through every year. So that's another reason why Vaisakhi hasn't been celebrated that much and to that extent this year. But ਆਪਾਂ ਚਲੋ ਹੁਣ ਕਾਲਰ ਚੱਲੀਏ ਤੇ ਦੇਖਦੇ ਹਾਂ ਕੌਣ ਹੈ ਲਾਈਨ ਤੇ। ਹੈਲੋ, अस्सलाम वालेकुम भाजी। वालेकुम सलाम जी। भाजी अदा टाइम लेना नहीं कमी करनी है अल्लाह ਤੁਹਾਨੂੰ ਬੋਲ सकते ਵੀਰੇ ਆਪਕੀ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ। ਤੁਹਾਡੀ ਬਸ ਤੁਹਾਡੀ ਬਸ ਬਹੁਤ ਬੇਖਾਰੀ ਅੱਲਾਹ ਪਾਕਿਸਤਾਨ ਦੇ ਇੱਥੇ ਤੁਸੀਂ ਸਾਥ ਦਿੰਦੇ ਤੋਂ ਪ੍ਰਧਾਨੀ ਤੁਹਾਡੀ ਸਾਡਾ ਕੰਮ ਕਰਨੀ ਇਨਸ਼ਾਅੱਲਾ। ਚਲੋ ਥੈਂਕ ਯੂ ਸਰ, ਥੈਂਕ ਯੂ। ਪਰ ਤੁਹਾਡਾ ਹਾਂ ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਤੁਹਾਡੇ ਪਿਆਰ ਦਾ। ਬਟ ਨੈਟਵਰਕ ਥੋੜ੍ਹਾ ਤੁਹਾਡਾ ਪੂਰ ਸੀਗਾ। ਲੈਂਡਲਾਈਨ ਤੋਂ ਫੋਨ ਕਰੋ ਐਂਡ ਫਿਰ ਮਿਲ ਜੂਗਾ। ਰਾਈਟ, ਲੈਟਸ ਹੈਵ ਅ ਲੁੱਕ। Anyway, the good news is ਕਿ ਇਸ ਵੀਕ ਲੋਕਡਾਊਨ ਤੋਂ ਥੋੜ੍ਹਾ ਐਕਸਟੈਂਟ ਖੁੱਲ੍ਹ ਗਿਆ ਸੀਗਾ ਐਂਡ ਹੋਪਫੁਲੀ ਹੁਣ ਅਗਲੀ ਤਰੀਕਾਂ ਜੋ ਹੈਗੀਆਂ ਮਈ 17 ਦੀਆਂ ਅਤੇ ਜੂਨ 21 ਦੀਆਂ। ਸੋ ਉਹ ਆਪਾਂ ਨੋਟ ਕਰਨੀਆਂ ਹੈਗੀਆਂ। ਕੀਪ them in mind. A lot of people would have had 2 birthdays in a lockdown. So I know I've spent 2 well, ਮੇਰਾ ਹੁਣ ਬਰਥਡੇ ਹੋਣਾ ਅਗਲੇ ਹਫ਼ਤੇ ਅਤੇ
ਮੇਰਾ ਵੀ ਦੂਜਾ ਬਰਥਡੇ ਆ ਲੋਕਡਾਊਨ 'ਚ, ਮੇਰੀ ਬੇਟੀ ਦਾ ਵੀ ਦੂਜਾ ਬਰਥਡੇ ਆ ਲੋਕਡਾਊਨ 'ਚ। ਸੋ ਜਿਨ੍ਹਾਂ ਦੇ ਮਾਰਚ ਵਿੱਚ ਬਰਥਡੇਜ਼ ਆ, ਅਪ੍ਰੈਲ ਦੇ ਵਿੱਚ ਬਰਥਡੇਜ਼ ਆ, ਉਹ ਤਾਂ ਹੁਣ ਆਪਾਂ ਦੋ ਬਰਥਡੇ ਲਗਾ ਲਏ ਲੋਕਡਾਊਨ ਦੇ ਵਿੱਚ। ਅਨਫੋਰਚੂਨੇਟਲੀ some are lucky, some have spent one in there, so some haven't spent any in lockdown, ਹਲੇ ਉਹ ਵੀ ਹੈਗੇ ਆ। ਸੋ ਜਿਨ੍ਹਾਂ ਦੇ ਬਰਥਡੇ ਆ ਉਹਨਾਂ ਨੂੰ ਹੈਪੀ ਬਰਥਡੇ, ਜਿਨ੍ਹਾਂ ਦੇ ਲੋਕਡਾਊਨ 'ਚ ਬਰਥਡੇ ਉਹਨਾਂ ਨੂੰ ਹੈਪੀ ਲੋਕਡਾਊਨ ਬਰਥਡੇ। ਪਰ ਅਗਲੇ ਸਾਲ ਤੱਕ ਹੋਪਫੁਲੀ ਸਾਰਾ ਕੁਛ ਠੀਕ ਹੋ ਜਾਊਗਾ। UK ਦਾ ਵੈਕਸੀਨ ਦਾ ਰੇਟ ਬੜਾ ਸਕਸੈਸਫੁਲ ਰਿਹਾ ਹੈ ਜੀ, ਅਤੇ ਵੈਕਸੀਨ ਅਤੇ ਲੋਕਡਾਊਨ ਦੀ ਕੰਬੀਨੇਸ਼ਨ ਨਾਲ ਅੱਜ ਵੀ ਇਹਨਾਂ ਨੇ ਲੋਐਸਟ ਰੇਟ ਆਪਣਾ ਜੋ ਹੈਗਾ ਆ ਅਕਤੂਬਰ ਤੋਂ ਬਾਅਦ ਦਾ ਲੋਐਸਟ ਰੇਟ ਅੱਜ ਰਿਕਾਰਡ ਹੋਇਆ ਕੋਵਿਡ ਦੇ ਵਿੱਚ। ਸੋ ਇਟ ਲੁਕਸ ਲਾਈਕ ਇਟਸ ਵਰਕਿੰਗ ਹੈ। ਬਾਕੀ ਮੁਲਕਾਂ ਵਿੱਚ ਤਾਂ ਇੰਨਾ ਵਧੀਆ ਕੰਟਰੋਲ ਨਹੀਂ ਹੋ ਰਿਹਾ ਕੋਵਿਡ, ਜਿੱਦਾਂ ਅਮਰੀਕਾ, ਕੈਨੇਡਾ, ਯੂਰਪ ਦਾ ਦੇਖ ਲਓ ਕੀ ਹਾਲ ਆ, ਇੰਡੀਆ ਦਾ ਆਪਾਂ ਦੇਖ ਹੀ ਰਹੇ ਹਾਂ ਕੀ ਹਾਲ ਆ। ਬਟ ਦ UK ਇਜ਼ ਮੈਨੇਜਿੰਗ ਟੂ ਕੰਟਰੋਲ ਇਟਸ ਕੋਵਿਡ ਰਾਈਟ। ਪਰ ਇਹੀ ਕਹਿ ਰਹੇ ਕਿ ਦੇਖੋ ਜਿੱਦਾਂ ਆਪਾਂ ਹੌਲੀ ਹੌਲੀ ਖੁੱਲ੍ਹਣਾ ਆ ਅਤੇ ਇੱਕਦਮ ਪਾਗਲ ਨਾ ਹੋ ਜਾਓ ਅਤੇ ਭੀੜ ਭੜੱਕਾ ਨਹੀਂ ਕਰਨਾ ਆਪਾਂ ਕਿਸੇ ਜਗ੍ਹਾ। ਉਹੀ ਆਪਣੇ ਪਹਿਲਾਂ ਪ੍ਰੀਕੋਸ਼ਨਸ ਰੱਖਣੇ ਆ ਅਤੇ ਉਹੀ ਆਪਾਂ ਜੋ ਹੈਗੇ ਆ ਉਸ ਹਿਸਾਬ ਨਾਲ ਚੱਲਣਾ ਜਦ ਤੱਕ ਇਹ ਪੂਰਾ ਇਰੈਡੀਕੇਟ ਨਹੀਂ ਹੁੰਦਾ ਜਾਂ ਜਦ ਤੱਕ ਇਹਦੇ ਖਿਲਾਫ ਕੋਈ ਪੱਕੀ ਠੋਸ ਦਵਾਈ ਨਹੀਂ ਮਿਲਦੀ। ਉਹ ਲੋਕਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਮੈਸੇਜ ਕਰ ਰਹੇ, ਕਹਿੰਦੇ ਹਰਜਾਪ ਸਾਨੂੰ ਕਈ ਮਹੀਨੇ ਹੋ ਗਏ ਸੀ ਆਪਣੇ ਮਾਪਿਆਂ ਨੂੰ ਕਿਹਾ ਨੂੰ ਕਿ ਜੀ ਤੁਸੀਂ ਵੈਕਸੀਨੇਸ਼ਨ ਕਰਾ ਲਓ, ਪਰ ਉਹ ਮੰਨਦੇ ਨਹੀਂ ਸੀ। ਕਹਿੰਦਾ ਤੇਰਾ ਇੱਕ ਸ਼ੋਅ ਦੇਖਿਆ ਉਹਨਾਂ ਨੇ, ਉਹ ਟੀਕੇ ਲਾਉਣ ਚਲ ਗਏ ਕਿ ਨਹੀਂ ਜੀ ਹਰਜਾਪ ਕਹਿੰਦੇ ਪਤਾ ਨਹੀਂ ਤੂੰ ਕੀ ਰਿਸ਼ਤਾ ਤੇਰੇ ਸਾਡੇ ਮਾਪਿਆਂ ਦਾ। ਮੈਨੂੰ ਤਾਂ ਆਪ ਨਹੀਂ ਪਤਾ ਜੀ ਕਿ ਕੀ ਆ ਕਿ ਮੇਰੀ ਗੱਲ ਕਿਉਂ ਮੰਨਦੇ ਅਤੇ ਤੁਹਾਡੀ ਕਿਉਂ ਨਹੀਂ ਮੰਨ ਰਹੇ। ਬਟ ਹਾਂ ਆਪਾਂ ਰਿਸ਼ਤਾ ਜੋ ਕਹਿ ਸਕਦੇ ਸਾਡਾ ਬਹੁਤ ਡੂੰਘਾ ਹੈ ਜੀ, ਕਿ ਆਪਾਂ 13 ਸਾਲ ਤੋਂ ਤਾਂ ਇਕੱਠੇ ਜੁੜੇ ਹੋ ਹਾਂ। ਐਵਰੀ ਫਰਾਈਡੇ ਮੈਂ ਤੁਹਾਡੇ ਲਿਵਿੰਗ ਰੂਮਾਂ 'ਚ ਆਉਣਾ ਹੈ, ਤੁਸੀਂ ਮੇਰੇ ਫੋਨ ਲਾਈਨਾਂ 'ਤੇ ਆਉਂਦੇ, ਮੈਨੂੰ ਮੈਸੇਜ ਭੇਜਦੇ ਆ। ਸੋ ਮੈਂ ਤਾਂ ਸਾਰਿਆਂ ਨੂੰ ਇੱਦਾਂ ਹੀ ਬਜ਼ੁਰਗਾਂ ਨੂੰ ਸਮਝਦਾ ਜਿੱਦਾਂ ਮੇਰੇ ਆਪਣੇ ਬਜ਼ੁਰਗ ਹੁੰਦੇ ਆ। ਆਪਾਂ ਨਹੀਂ ਚਾਹੁੰਦੇ ਕਿ ਆਪਾਂ ਕਿਸੇ ਦੀ ਮੌਤ ਬਾਰੇ ਵੀ ਕੋਈ ਖਬਰ ਸਾਨੂੰ ਸੁਣੀ ਹੈ, ਖਾਸ ਤੌਰ 'ਤੇ ਕਿਸੇ ਬਜ਼ੁਰਗ ਦੇ ਜਿਨ੍ਹਾਂ ਦੇ ਤਾਂ ਆਪਾਂ ਕੋਲ ਹਾਲੇ ਉਮਰਾਂ ਬਹੁਤ ਲਿਖੀਆਂ ਆ, ਤਾਂ ਆਪਾਂ ਉਹ ਕੱਟ ਕੇ ਜਾਈਏ ਤਾਂ ਬੈਟਰ ਆ। ਹੁਣ ਆਪਾਂ ਜਾਣ ਬੁੱਝ ਕੇ ਮੌਤ ਦੇ ਸਾਹਮਣੇ ਨਾ ਖੜੀਏ ਕਿ ਜੀ ਮੌਤ ਆ ਜਾ ਦੇਖ ਲਾ ਕੀ ਕਰ ਲੂੰਗੀ। ਮੌਤ ਨੇ ਤਾਂ ਜੋ ਕਰਨਾ ਫਿਰ ਕਰਨਾ ਆ, ਬਟ ਆਪਾਂ ਆਪਣਾ ਪਰਹੇਜ਼ ਕਰੀਏ। ਰੱਬ ਨੇ ਸਾਨੂੰ ਦਿਮਾਗ ਦਿੱਤੀ ਆ ਤਾਂ ਉਹ ਆਪਾਂ ਵਰਤੀਏ। ਸੋ ਆਮ ਵੈਰੀ ਹੈਪੀ ਔਰ ਦੈਟ ਕਿ ਤੁਸੀਂ ਆਪਣਾ ਜੋ ਹੈਗਾ ਵੈਕਸੀਨੇਸ਼ਨ ਲਵਾ ਰਹੇ ਆ, ਤਾਂ ਕਿਉਂਕਿ ਉਹਦੇ ਨਾਲ ਹੀ ਤੁਹਾਨੂੰ ਸ਼ਕਤੀ ਮਿਲੂਗੀ ਲੜਨ, ਤੁਹਾਡੇ ਸਰੀਰ ਨੂੰ ਸ਼ਕਤੀ ਮਿਲਦੀ ਆ ਕੋਵਿਡ ਦੇ ਖਿਲਾਫ ਲੜਨ ਲਈ। ਅਤੇ ਜਿਹੜਾ ਕੋਵਿਡ ਉਹ ਖਤਰਨਾਕ ਹੋ ਸਕਦਾ ਆ, ਉਹ ਫਿਰ ਇੱਕ ਫਲੂ ਕਿਸਮ ਦਾ ਬਣ ਕੇ ਰਹਿ ਜਾਂਦਾ। ਉਹਦਾ ਅਸਰ, ਉਹਦਾ ਇੰਨਾ ਅਸਰ ਨਹੀਂ ਹੁੰਦਾ ਜਿੰਨਾ ਹੋਣਾ ਸੀਗਾ ਉਹ। ਮੈਂ ਅੱਗੇ ਵੀ ਕਹਿ ਚੁੱਕਾ ਕਿ ਬਹੁਤ ਬਜ਼ੁਰਗ ਸਾਡੇ ਪੂਰੇ ਹੋਏ ਆ। ਇਹਦਾ ਅਸਰ ਸਾਨੂੰ ਹਜੇ ਨਹੀਂ ਪਤਾ ਲੱਗਣਾ। ਜਦੋਂ ਸਾਰਾ ਝਮੇਲਾ ਫਿਨਿਸ਼ ਹੋਣਾ ਹੈ, ਫਿਰ ਜਦੋਂ ਆਪਾਂ ਇੱਕ ਦੂਜੇ ਨਾਲ ਮਿਲਣ ਵਰਤੋਂ ਸ਼ੁਰੂ ਕਰਨੀ ਆ, ਫਿਰ ਸਾਨੂੰ ਪਤਾ ਲੱਗਣਾ ਕਿ ਜੀ ਆਹ ਪੂਰਾ ਹੋ ਗਿਆ ਜਾਂ ਆਹ ਪੂਰਾ ਹੋ ਗਿਆ ਜਾਂ ਆਹ ਪੂਰਾ ਹੋ ਗਿਆ। ਕਿਉਂਕਿ ਨਾ ਹਾਲੇ ਅਫਸੋਸ ਹੋਇਆ ਜੀ, ਨਾ ਦਾਗਾਂ 'ਤੇ ਜਾ ਹੋਇਆ ਜੀ, ਅਤੇ ਬਸ ਆਹੀ ਫੋਨਾਂ 'ਤੇ ਹੀ ਰਹਿ ਗਿਆ ਸਾਰਾ ਕੁਛ, ਵਟਸਐਪ ਰਾਹੀਂ। ਸੋ ਆਪਾਂ ਹਜੇ ਵੀ ਆਪਾਂ ਪਰਹੇਜ਼ ਕਰਨਾ ਆ, ਪਰ ਆਪਣਾ ਦਵਾਈਆਂ ਖਾਣੀਆਂ ਜੋ ਵੀ ਆ, ਆਪਣਾ ਸਾਰਾ ਕੁਛ ਟਾਈਮ ਨਾਲ ਕਰਨਾ ਤੁਸੀਂ ਜੀ, ਤਾਂ ਆਪਣਾ ਅਹਿਤਿਆਤ ਨਾਲ ਰਹਿਣਾ। ਕੋਈ ਫਰਕ ਨਹੀਂ ਪੈਂਦਾ, ਆਪਾਂ ਬਚਾਅ ਕਰੀਏ ਪਹਿਲਾਂ ਆਪ ਦਾ। ਜਾਨ ਹੋਊਗੀ ਤਾਂ ਬਾਕੀ ਸਾਰਾ ਕੁਛ ਕਰ ਸਕਦੇ ਹਾਂ, ਜੇ ਜਾਨ ਹੀ ਨਹੀਂ ਰਹੀ ਤਾਂ ਕੀ ਕਰਾਂਗੇ। ਸੋ ਆਪਾਂ ਪਲੀਜ਼ ਪਰਹੇਜ਼ ਕਰੋ ਇਸ ਚੀਜ਼ ਦਾ, ਐਂਡ ਆਪਣਾ ਬਚਾਅ ਰੱਖੋ। ਐਂਡ ਜੇ ਨਿਆਣੇ ਤੁਹਾਨੂੰ ਕੁਛ ਕਹਿੰਦੇ ਆ ਚੰਗੀ ਗੱਲ ਤਾਂ ਮੰਨ ਲਿਆ ਕਰੋ, ਜੇ ਬੁਰੀ ਗੱਲ ਕਹਿੰਦੇ ਕੋਈ ਤਾਂ ਵੀ ਉਹਨਾਂ ਨੂੰ ਦਬਕ ਦਿਆ ਕਰੋ। ਹਾਂ ਬਿਲਕੁਲ ਨਹੀਂ ਕਿ ਕੱਲ੍ਹ ਨੂੰ ਇਹ ਤਾਂ ਕਹੋਗੇ ਡੈਡੀ ਬਲੈਂਕ ਪੇਪਰ 'ਤੇ ਸਾਈਨ ਕਰ ਦੇ ਮਾੜੇ ਜਿਹੇ, ਆਹ ਦੇਖੋ। ਨਹੀਂ ਤੁਸੀਂ ਕਹੋਗੇ ਆਹ ਕੀ ਲਿਖਿਆ ਟ੍ਰਾਂਸਫਰ ਆਫ ਪ੍ਰੋਪਰਟੀ, ਨਹੀਂ ਉੱਦਾਂ ਹੀ ਲਿਖਿਆ ਇੱਦਾਂ ਤੁਸੀਂ ਸਾਈਨ ਕਰ ਦਿਓ ਹੈ। ਓਕੇ ਲਾਸਟ ਵਿਲ ਐਂਡ ਟੈਸਟਮੈਂਟ 'ਤੇ ਸਾਈਨ ਕਰ ਦਿਓ ਹੈ ਨਾ, ਫਿਰ ਆਪਾਂ ਕੁਛ ਨਹੀਂ ਫਿਰ ਸਾਰਾ ਕੁਛ ਠੀਕ ਹੋ ਜਾਣਾ। ਇੱਦਾਂ ਹੀ ਕਹਿ ਕੇ ਘੁੱਗੀ ਮਰਵਾ ਲੈਂਦੇ ਆ। ਆਪਾਂ ਸਾਈਨ ਸੂਨ ਨਹੀਂ ਕਰਨੇ ਕਿਤੇ, ਇਹ ਵੀ ਚੇਤੇ ਰੱਖਿਓ। ਇਹ ਵੀ ਕੇਸ ਆਏ 3-4 ਆਪਣੇ ਕੋਲ, ਉਹ ਸਾਈਨ ਸੂਨ ਕਰਾ ਰਹੇ ਨਿਆਣਿਆਂ ਨੇ ਗਲਤ ਪੁੱਠੇ ਜੇ, ਪੇਪਰ ਪੜ੍ਹਨੇ ਨਹੀਂ ਆਏ ਮਾਪੇ ਨੂੰ, ਤਾਂ ਬਾਅਦ 'ਚ ਫਿਰ ਪ੍ਰੋਬਲਮ ਪਈ। ਆਪਾਂ ਬਿਲਕੁਲ ਨਹੀਂ ਸਾਈਨ ਕਰਨੇ ਚੈੱਕ ਕਰਾ ਕੇ ਜੋ ਹੈਗਾ ਕਰਨੇ ਆ। ਉਹ ਜ਼ਮਾਨਾ ਬੜਾ ਖ਼ਰਾਬ ਆ। ਸੋ ਇੱਥੇ ਸੱਚਾਈ ਗੱਲਾਂ ਮੈਂ ਤੁਹਾਨੂੰ ਜੋ ਆਪਣੇ ਰੋਜ਼ ਮੇਰੇ ਕੋਲ ਆਉਂਦੀਆਂ ਉਹੀ ਮੈਂ ਤੁਹਾਨੂੰ ਦੱਸਦਾ ਹੁੰਦਾ ਹਰ ਫਰਾਈਡੇ। ਦੈਟਸ ਵਾਟ ਆਈ ਟੈਲ ਯੂ, ਜੋ ਆਪਾਂ ਰੋਜ਼ ਦੇਖ ਰਹੇ ਹਾਂ। ਮੈਂ ਤਾਂ ਆਪ ਦੇਖ ਕੇ ਥੱਕ ਗਿਆ, ਸੁਣ ਕੇ ਥੱਕ ਗਿਆ। ਜਦੋਂ ਮੈਂ ਇਹ ਸੋਚਦਾ ਨਾ ਕਿ ਹੁਣ ਸਾਰੀ ਦੁਨੀਆ ਚੀਜ਼ਾਂ ਦੇਖ ਲਈਆਂ ਤਾਂ ਸੁਣ ਲਈਆਂ, ਇਹ ਤੋਂ ਭੈੜੀ ਗੱਲ ਨਹੀਂ ਕੋਈ ਹੋ ਸਕਦੀ ਜੋ ਮੈਂ ਸੁਣੀ ਆ। ਅਗਲੇ ਹਫਤੇ ਕੋਈ ਨਾ ਕੋਈ ਆ ਜਾਂਦਾ ਤਾਂ ਉਹਦੇ ਨਾਲ ਵੀ ਭੈੜੀ ਗੱਲ ਸੁਣਾ ਜਾਂਦਾ, ਅਤੇ ਮੈਂ ਤਾਂ ਗੋਡ
ਕਿ ਆ ਵੀ ਹੁੰਦਾ ਆ, ਆ ਵੀ ਹੁੰਦਾ ਆ, ਆ ਵੀ ਹੁੰਦਾ ਆ। ਤਾਂ ਉਹੀ ਸੁਣ ਕੇ ਹਾਲੇ ਇੱਥੇ TV 'ਤੇ ਤਾਂ ਨਾ ਤੁਹਾਨੂੰ ਬਹੁਤ ਘੱਟ ਲੋ ਲੈਵਲ ਦੀਆਂ ਗੱਲਾਂ ਸੁਣਦੀਆਂ। ਸਹੀ ਗੱਲਾਂ ਤਾਂ ਦਫ਼ਤਰ 'ਚ ਹੁੰਦੀਆਂ ਜੋ ਲੋਕ ਦੱਸਦੇ ਆ। ਸੁਣ ਕੇ ਹੀ ਬਸ ਪੁੱਛੋ ਨਾ ਕਿੱਦਾਂ ਦੇ ਨਮੂਨੇ ਇਹ ਗੱਲਾਂ ਸੁਣਨੀਆਂ। I'd sit there in shock sometimes. If you ever want to know the reality of our community, then you need to become a counsellor for mental health, or a social worker, or you become an immigration lawyer like I am, or you become a family lawyer like our friend Govinda Bassi is. 4-5 ਜੋਬਾਂ ਦੇ ਵਿੱਚ ਨਾ ਤੁਹਾਨੂੰ or you become a doctor ਨਾਲ or a nurse, ਇੱਦਾਂ ਦੀ ਚੀਜ਼ਾਂ ਤੁਹਾਨੂੰ ਆਪਣੀ ਕਮਿਊਨਿਟੀ ਬਾਰੇ ਪਤਾ ਲੱਗਦੀਆਂ ਜੋ ਆਪਾਂ ਸੋਚਦੇ ਵੀ ਨਹੀਂ ਸੀ। ਆਪਾਂ ਨੂੰ ਬਹੁਤ ਹਲੇ ਆਪਣੀ ਕਮਿਊਨਿਟੀ ਕੋਲ ਪ੍ਰੋਬਲਮ ਹੈਗੀਆਂ that we have to overcome. ਆਪਾਂ ਬਹੁਤ ਪ੍ਰੋਬਲਮਾਂ ਓਵਰਕਮ ਕਰਨੀਆਂ together. We got loads of problems. ਆਪਾਂ ਲੋਕਾਂ ਦੀ ਵਰੀ ਕਰਦੇ ਜਿਹੜੀ ਇੰਡੀਆ ਵਾਲਿਆਂ ਦੀ ਪ੍ਰੋਬਲਮ ਆ ਉਹਨਾਂ ਬਾਰੇ ਨਾ ਵਰੀ ਕਰੋ। ਸਾਡੇ ਆਪਣੇ ਮੁਲਕ ਵਿੱਚ ਇੱਥੇ ਹੀ ਬਹੁਤ ਆਪਣੀ ਕਮਿਊਨਿਟੀ ਦੇ ਵਿੱਚ ਪ੍ਰੋਬਲਮਾਂ ਹੈਗੀਆਂ ਜਿਨ੍ਹਾਂ ਵਿੱਚ ਆਪਾਂ ਨੂੰ ਹੈਲਪ ਕਰਨ ਦੀ ਜ਼ਰੂਰਤ ਆ। ਇਸ ਵੇਲੇ ਇੰਨੇ ਬੱਚੇ ਏਸ਼ੀਅਨ ਸੋਸ਼ਲ ਸਰਵਿਸਿਜ਼ ਦੀ ਕੇਅਰ ਵਿੱਚ ਆ। ਤੁਸੀਂ ਪੁੱਛ ਕੇ ਦੇਖੋ, ਕੋਈ ਸੋਸ਼ਲ ਵਰਕਰ ਨੂੰ ਪੁੱਛੋ ਕਿੰਨੇ ਆ ਇੰਡੀਅਨ ਇਲਾਕੇ ਵਿੱਚ ਜੋ ਸਾਡੇ ਦੇਸੀ ਇਲਾਕਿਆਂ 'ਚ ਉਹਨਾਂ 'ਚ। ਕਿਉਂਕਿ ਮਾਪੇ ਤੋਂ ਉਹਨਾਂ ਨੇ ਅੰਗੈਲੀ ਹੋਈ ਜਾਂ ਮਾਪੇ ਅਬਿਊਜ਼ ਕਰਦੇ ਬੱਚਿਆਂ ਨੂੰ ਜਾਂ ਮਾਪੇ ਤੋਂ ਕੇਅਰ ਨਹੀਂ ਹੋਈ ਜਾਂ ਬੱਚਿਆਂ ਨੂੰ ਸੱਟਾਂ ਲੱਗ ਗਈਆਂ ਮਾਪੇ ਦੀ ਲਾਪਰਵਾਹੀ ਕਰਕੇ। ਇੰਨੇ ਬੱਚੇ ਕੇਅਰ 'ਚ ਆ ਤਾਂ ਉਹ ਬਿਨਾਂ ਮਾਪੇ ਤੋਂ ਹੁਣ ਪਲ ਰਹੇ ਆ ਕੇਅਰ ਵਾਲੇ ਹੋਮਾਂ 'ਚ ਅਤੇ ਮਾਪਿਆਂ ਨੂੰ ਉਹਨਾਂ ਨੂੰ ਮਿਲਣ ਨਹੀਂ ਦੇ ਰਹੇ, ਜੁਦਾ ਕਰਕੇ ਰੱਖਿਆ ਕਿਉਂਕਿ ਮਾਪਿਆਂ ਦੇ ਕਸੂਰ ਕਰਕੇ। ਇਹ ਚੀਜ਼ਾਂ ਨੂੰ ਤੁਹਾਨੂੰ ਕੋਈ ਦੱਸਦਾ ਨਹੀਂ ਇਹਦੇ ਬਾਰੇ, ਪਰ ਇਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਇਨ ਦਾ ਫਿਊਚਰ ਅਤੇ ਤੁਹਾਨੂੰ ਦੱਸਾਂਗੇ ਕਿ ਆਹ ਜੋ ਸਿਚੁਏਸ਼ਨ ਹੋ ਰਿਹਾ ਹੈ ਇਸ ਵੇਲੇ। ਸੋ ਇਟਸ ਕੁਆਇਟ it's really bad. It's really bad. We need to clean up our ਜੋ ਹੈਗਾ ਐਕਟ ਐਜ਼ ਅ ਕਮਿਊਨਿਟੀ ਐਂਡ ਹੈਲਪ ਈਚ ਅਦਰ। ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਅਤੇ ਆਪਣਾ ਜੋ ਗਲਤ ਹੋ ਰਿਹਾ ਨਾ ਸਾਡੀ ਕਮਿਊਨਿਟੀ ਵਿੱਚ ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ। ਜਦੋਂ ਤੁਸੀਂ ਚੁੱਪ ਬਹਿੰਦੇ ਆ ਨਾ ਤਾਂ ਫਿਰ ਤੁਸੀਂ ਉਨੇ ਹੀ ਭਾਗੀਦਾਰ ਹੋ ਜਾਂਦੇ ਕਿ ਜਿਹੜਾ ਬੰਦਾ ਜ਼ੁਲਮ ਕਰਦਾ ਉਹਦੀ ਸਹਾਇਤਾ ਕਰਦੇ ਆ ਕਿ ਤੁਹਾਨੂੰ ਆਵਾਜ਼ ਖਿਲਾਫ ਉਠਾਉਣੀ ਚਾਹੀਦੀ ਆ। ਆਪਾਂ ਵਿਸਾਖੀ ਦੀ ਗੱਲ ਕਰਦੇ ਹਾਂ ਜੀ। ਜੋ ਖਾਲਸਾ ਪੰਥ ਬਣਿਆ ਸੀ ਉਹ ਐਸੇ ਹੀ ਕੰਮ ਲਈ ਬਣਿਆ ਸੀ ਕਿ ਜੋ ਜ਼ੁਲਮ ਆ ਉਹਦੇ ਖਿਲਾਫ ਲੜਨ ਲਈ, ਆਵਾਜ਼ ਉਠਾਉਣ ਲਈ, ਤਾਂ ਆਪਣਾ ਬਚਾਅ ਕਰਨ ਲਈ। ਸੋ ਆਪਾਂ ਜੋ ਅੱਜ ਕੱਲ੍ਹ ਹੋ ਰਹੇ ਗਲਤ ਹੋ ਰਹੇ ਕੰਮ ਆਪਾਂ ਅੱਖਾਂ ਮੀਚ ਲੈਂਦੇ ਹਾਂ ਜਾਂ ਚੁੱਪ ਰਹਿੰਦੇ ਹਾਂ। ਉਹਦੇ 'ਚ ਜਿਹੜੇ ਗਲਤ ਕੰਮ ਕਰਦੇ ਉਹਨਾਂ ਦਾ ਹੌਸਲਾ ਵਧ ਜਾਂਦਾ ਕਿਉਂ ਕਹਿੰਦੇ ਸਾਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾ ਹੈਗਾ। ਸੋ ਉਹਦੇ ਵਿੱਚ ਹੋ ਰਿਹਾ, ਪਰ ਉਹ ਸਜ਼ਾ ਜੋ ਐਕਚੁਅਲੀ ਹੈ ਸਾਰੀ ਕਮਿਊਨਿਟੀ ਨੂੰ ਮਿਲਦੀ ਆ। ਭਾਵੇਂ ਕਾਨੂੰਨ ਸਖਤ ਹੋਣ, ਭਾਵੇਂ ਉਹ ਕ੍ਰੈਕਡਾਊਨ ਹੋਵੇ, ਭਾਵੇਂ ਸਟੋਪਾਂ ਹੋਣ, ਅਰੈਸਟਾਂ ਹੋਣ। ਸੋ ਆਪਾਂ ਇਸ ਚੀਜ਼ਾਂ ਨੂੰ ਆਵਾਜ਼ ਹਮੇਸ਼ਾ ਉਠਾਉਣੀ ਆ। ਤੁਸੀਂ ਆਵਾਜ਼ ਉਠਾਓਗੇ ਨਾ ਫਿਰ ਕਿਸੇ ਦੀ ਜ਼ਰੂਰਤ ਨਹੀਂ ਬਣਦੀ ਕਿ ਉਹ ਕੋਈ ਗਲਤ ਕੰਮ ਕਰੇ ਜਾਂ ਕੋਈ ਇੱਦਾਂ ਦਾ ਕੰਮ ਕਰੇ ਜਿਹਦੇ ਨਾਲ ਕਮਿਊਨਿਟੀ ਦੀ ਸਾਰਿਆਂ ਦੀ ਬਦਨਾਮੀ ਹੁੰਦੀ ਹੈ। ਆਪਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ ਐਂਡ ਵੀ ਸ਼ੁੱਡ ਬੀ ਕੀਪ ਐਨ ਆਈ for people doing wrong in our community. So we should speak, we should find our voice. For too long our voices have been just held back. Aapa kuch bolde nahi and you just let people get away with it and then you wonder why you get judged and people crack down on you. Okay, hum dekh le ji kida Shelly the message, I am watching your show, thank you very much. Let's have a look on kede aur kina de phone message aaya ji ਭਾਈ ਕੱਲ੍ਹ ਨੂੰ ਕੀ ਕਰ ਰਹੇ? ਕੱਲ੍ਹ ਨੂੰ ਜੀ ਮੈਂ ਸਪੈਸ਼ਲ ਸ਼ੋਅ ਕਰ ਰਿਹਾ ਵਿਸਾਖੀ ਦਾ 6 ਤੋਂ ਲੈ ਕੇ 9 ਤੱਕ YouTube 'ਤੇ ਰੈਕਗਨਾਈਜ਼ 1 ਦੇ YouTube ਚੈਨਲ 'ਤੇ। ਸੋ ਉਹਦੇ ਵਿੱਚ ਆਪਾਂ ਸਪੈਸ਼ਲ ਸ਼ੋਅ ਕਰ ਰਹੇ ਹਾਂ ਬੱਚਿਆਂ ਲਈ ਅਤੇ ਬਜ਼ੁਰਗਾਂ ਲਈ ਕਿ ਵਿਸਾਖੀ ਦਾ ਮਹੀਨਾ ਕੀ ਹੈ, ਕੀ ਮੀਨਿੰਗ ਹੈ ਜੀ ਇਹਦਾ culturally and religiously. So please tune in to Recognize One YouTube channel and ਉੱਤੋਂ ਤੁਸੀਂ 6 to 9 ਤੱਕ ਸਪੈਸ਼ਲ ਆਪਾਂ ਲਾਈਵ ਸ਼ੋਅ ਕਰ ਰਹੇ ਹਾਂ about Vaisakhi and exactly about what it is
and what it means. So ਆਪਾਂ ਇਹ ਕਰ ਸਕਦੇ ਹਾਂ ਇਸ ਜੋ ਹੈਗਾ ਆਪਾਂ ਇਹ ਕੋਸ਼ਿਸ਼ ਆਪਣੀ ਕਰ ਰਹੇ ਹਾਂ ਐਜੂਕੇਸ਼ਨ ਦੇ ਵਿੱਚ। ਮੈਂ ਤੁਹਾਨੂੰ ਹਮੇਸ਼ਾ ਇੱਕ ਚੀਜ਼ ਕਹਿੰਦਾ ਹੁੰਦਾ, ਸਵਾਲ ਜੋ ਮਰਜ਼ੀ ਹੋਵੇ ਉਹਦਾ ਆਨਸਰ ਐਜੂਕੇਸ਼ਨ ਹੀ ਆ। So whatever problem you have, the answer is always education. Whatever the question is, the answer is always education. So ਆਪਣੇ ਆਪ ਨੂੰ ਪਲੀਜ਼ ਐਜੂਕੇਟ ਕਰੋ। ਐਜੂਕੇਟ ਦਾ ਮਤਲਬ ਇਹ ਨਹੀਂ ਕਿ ਤੁਸੀਂ PhD ਹੁਣ ਕਰਨ ਲੱਗ ਜਾਓ, ਵੈਸੇ ਤਾਂ ਕਰ ਲਓ, ਕੋਈ ਮਾੜੀ ਗੱਲ ਨਹੀਂ, ਪਰ ਐਜੂਕੇਸ਼ਨ ਦਾ ਮਤਲਬ ਹੈ ਰੀਡਿੰਗ, ਲਰਨਿੰਗ, ਸਹੀ ਇਨਫੋਰਮੇਸ਼ਨ, ਸਹੀ ਔਰ ਗਲਤ ਦੀ ਪਛਾਣ ਰੱਖਣੀ, ਉਹ ਐਜੂਕੇਸ਼ਨ ਥਰੂ ਮਿਲ ਜਾਂਦੀ ਹੈ ਜੀ। ਸੋ ਉਹ ਆਪਣੇ ਆਪ ਨੂੰ ਐਜੂਕੇਸ਼ਨ ਕਰੋ। ਐਂਡ ਕਿਡਸ ਐਜ਼ ਵੈਲ, I'll tell you one thing which my dad told me. Yeah, he said money comes and goes, houses come and go, cars, watches, clothes, they all come and go. You can be rich one minute, you can be poor the next minute. He goes, but there's one thing no one can take off you, that's your education. You'll never lose that. And that's not saying that you need an education to be successful, but it is never harmful to have one. You can always do your chances good. So ਆਪਾਂ ਐਗਜ਼ਾਮਾਂ ਵਿੱਚ ਵੀ ਸਟੱਡੀ ਕਰਨਾ ਹਾਰਡ, and then you get where you want to be, and study and go for those top jobs and do what you want to do in life. But whatever you want to do, try and be excellent at it, because if you're excellent at it, then success follows. So if you go for success without being excellent, you won't get there. But if you be excellent, you don't have to go for success. Success follows you. So remember that. जिन्ने भी बच्चे देख रहे हैं उन्होंने अगले साल exams या, or they're going to go university soon because the unis are opening up soon as well. Summer ਦੇ ਵਿੱਚ यूनियां ने भी खुल जाना. So मैं यही कहूँगा जी, education करो, अपनी education न छड्डो. So work hard. Yeah, these are the good days of your life. It's all stress afterwards. पुछ लो अपने मम्मी डैडी ਨੂੰ. But yeah, work hard and get an education. And then we want to see a lot more of you doing well in life and then chasing your dreams. And that way you'll be happy, but the happiest will be your mum and dad who are sitting there with you now. So they'll be so happy at what you've achieved in life. And your bibi baba, nana nani, and your uncles and aunties, they'll all be happy. I'm not too sure about the uncles and aunties, but let's keep it to that sort of timeline, relative line. So Haji, Agaro, that's my message for the kids. And we'll be coming out of lockdown soon. Hopefully it'll all get better. So I know we've all lost a lot in this last year, a lot of time, a lot of experience, a lot of loved ones. Papa nikal jana hona is cheez to. Bas keep the faith. Ta aapa मैं ਤੁਹਾਨੂੰ ਮਿਲੂੰਗਾ next week, hopefully. ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।